ਅੱਜ ਆਪਾਂ ਬਿਲਾਵਲ ਰਾਗ ਜਿਹੜਾ ਲੈ ਰਹੇ ਸੀਗੇ ਕਬੀਰ ਜੀ ਦੀ ਬਾਣੀ, ਉਹ 857 ਅੰਗ ਤੋਂ ਗਿਆਨ ਸ਼ੁਰੂ ਕਰਾਂਗੇ ਜੀ। 857 ਸ਼ਬਦ ਕਬੀਰ ਜੀ ਦਾ 9ਵਾਂ ਸ਼ਬਦ ਹੈਗਾ। ਇਸ ਤੋਂ ਪਹਿਲਾਂ ਆਪਾਂ ਨੇ ਇਹ ਮਹਾਰਾਜ ਨੇ ਜਿਹੜਾ ਹੈਗਾ ਆਪਾਂ ਨੂੰ ਬਾਹਰੀ ਭੇਖ ਜਿਹੜਾ ਹੈਗਾ ਇਸ ਤੋਂ ਸਾਵਧਾਨ ਰਹਿਣ ਦੀ ਆਪਾਂ ਨੂੰ ਜਿਹੜੀ ਹੈਗੀ ਆ ਹਿਦਾਇਤ ਕੀਤੀ ਸੀਗੀ ਕਬੀਰ ਜੀ ਨੇ, ਬਈ ਇਹ ਜਿਹੜਾ ਹੈਗਾ ਭਗਤੀ ਜਿਹੜੀ ਹੈਗੀ ਮਨ ਨੇ ਕਰਨੀ ਆ, ਸੁਰਤ ਦੇ ਦੁਆਰਾ ਹੋਣੀ ਆ, ਔਰ ਸਰੀਰ ਜਿਹੜਾ ਹੈਗਾ ਭਗਤੀ ਮਨ ਨੇ ਕਰਨੀ ਆ, ਸੁਰਤ ਦੇ ਦੁਆਰਾ ਹੋਣੀ ਆ, ਔਰ ਸਰੀਰ ਜਿਹੜਾ ਹੈਗਾ ਸਰੀਰ ਦੇ ਵਿੱਚ ਹੋਣੀ ਆ। ਇਹ ਜੋ ਸਰੀਰ ਮਿਲਿਆ ਆਪਾਂ ਨੂੰ, ਇਸੇ ਦੇ ਜਦ ਤੱਕ ਸਰੀਰ ਹੈਗਾ ਤਦ ਤੱਕ ਭਗਤੀ ਦੇ ਚਾਂਸਿਸ ਹੈਗੇ, ਤਦ ਤੱਕ ਆਪਾਂ ਜਿਹੜੇ ਹੈਗੇ ਪੇਪਰ ਦੇ ਵਿੱਚ ਕੁਛ ਨਾ ਕੁਛ ਲਿਖ ਸਕਦੇ ਹਾਂ, ਕਿਉਂਕਿ ਇਹੀ ਜਿਹੜਾ ਹੈਗਾ ਵਾਚਿਆ ਜਾਣਾ ਹੈ। ਕਿਉਂਕਿ ਇਸੇ ਆਪਣੀ ਜਿਹੜੀ ਹੈਗੀ ਆ ਇਸੇ ਆਪਣੀ ਆਤਮਾ ਜਿਹੜੀ ਹੈਗੀ ਆ ਉਸੇ ਨੇ ਜਾਣਾ ਹੈ ਅੱਗੇ, ਉਸੇ ਨੂੰ ਪੜ੍ਹਨਾ ਹੈ ਉਹਨਾਂ ਨੇ, ਉਹੀ ਵਿਟਨੈਸ, ਉਹੀ ਜਿਹੜੀ ਹੈਗੀ ਇਹ ਸਾਰੀ ਉਮਰ ਦੀ ਜਿਹੜੀ ਹੈਗੀ ਆ ਇਹ ਸਰੀਰ ਜਦ ਤੱਕ ਹੈਗਾ ਉਦੋਂ ਤੱਕ ਦੀ ਉਹੀ ਉਹ ਕਹਿੰਦੇ ਆ ਨਾ ਬਈ ਇਹ ਜਿਹੜੀ ਆਈ ਵਿਟਨੈਸ ਕਹਿੰਦੇ ਆਂਖੋਂ ਦੇਖਾ ਗਵਾਹ, ਉਹਨੇ ਸਾਰਾ ਆਪਣਾ ਜੀ ਜੋ ਵੀ ਕੁਛ ਆਪਾਂ ਨੇ ਕੀਤਾ ਹੈ ਉਸਨੇ ਅੱਖਾਂ ਦੇ ਨਾਲ ਦੇਖਿਆ ਹੈ, ਔਰ ਉਸਨੇ ਨੇ ਗਵਾਹੀ ਭਰਨੀ ਆ ਉੱਥੇ। ਉਹੀ ਚਿੱਤਰਗੁਪਤ ਹੈਗੇ ਪਾਏ, ਅਤੇ ਇਸ ਕਰਕੇ ਆਪਾਂ ਕੁਛ ਨਾ ਕੁਛ ਜਿਹੜੀ ਹੈਗੀ ਉੱਥੇ ਜਿਹੜਾ ਹੈਗਾ ਧਰਮਰਾਜ ਦੇ ਕੋਲ ਜਿਹੜਾ ਹੈਗਾ ਇਹ ਮਨੁੱਖਾ ਸਰੀਰ ਜਿਹੜਾ ਮਿਲਿਆ ਆ ਇਹਦੀ ਜਿਹੜੀ ਹੈਗੀ ਜਸਟੀਫਿਕੇਸ਼ਨ ਦੇਣ ਜੋਗੇ ਹੋ ਜਾਈਏ, ਬਈ ਇਹ ਜਿਹੜਾ ਹੈਗਾ ਮੈਂ ਆ ਮਨੁੱਖ ਸਰੀਰ ਦੇ ਨਾਲ ਮੈਂ ਉਹ ਕੰਮ ਕੀਤਾ ਹੈ ਜਿਹਦੇ ਵਾਸਤੇ ਮਿਲਿਆ ਹੈ ਸਰੀਰ। ਬਿਲਾਵਲ ਅੰਗ 857 857 इन्हें माया जगदीश गुसाई तुम्हारे चरण बिसारे, किंचत प्रीत न उपजै जन को जन कहाँ करें बेचारे रहाओ। कबीर जी कहते कि मालका तेरी माया जिहड़ी हैगी ना बहुत ही ताकतवर हैगी, बहुत ही लुभावनी हैगी, ਮਨ ਨੂੰ ਮੋਹਣ ਵਾਲੀ ਹੈਗੀ ਆ। ਇਹਨੇ ਤੇਰੇ ਚਰਨ ਜਿਹੜੇ ਹੈਗੇ ਭੁਲਾ ਦਿੰਦੀ ਆ। ਐਸਾ ਜਿਹੜਾ ਹੈਗਾ ਜਿਵੇਂ ਜਿਹੜਾ ਹੈਗਾ ਕੋਈ ਫਿਲਮ ਦੇਖਦਾ ਆ, ਝੂਠੀ ਫਿਲਮ, ਉਸੇ ਦੇ ਵਿੱਚ ਹੀ ਖੋ ਜਾਂਦਾ ਇਨਸਾਨ ਅਤੇ ਖਾਣਾ ਪੀਣਾ ਸਾਰਾ ਉਹਨੂੰ ਭੁੱਲ ਜਾਂਦਾ ਆ। ਉਸੇ ਤਰੀਕੇ ਦੇ ਨਾਲ ਇਹ ਮਾਇਆ ਜਿਹੜੀ ਹੈਗੀ ਇਹਨੇ ਜਿਹੜਾ ਹੈਗਾ ਭਗਤੀ ਮਾਰਗ ਤੋਂ ਆਪਾਂ ਨੂੰ ਇਹ ਐਸੀ ਲੁਭਾਵਣੀ ਹੈਗੀ ਆ, ਇਹਨੇ ਭਗਤੀ ਮਾਰਗ ਤੋਂ ਆਪਾਂ ਨੂੰ ਹਟਾਉਣਾ ਆ। ਇਹਦਾ ਕੰਮ ਹੈਗਾ। ਮਾਲਕ ਨੇ ਮਾਇਆ ਜਿਹੜੀ ਬਣਾਈ ਆ, ਮਾਇਆ ਜਿਹੜੀ ਖੇਡ ਪਾਈ ਹੋਈ ਆ, ਇਹ ਆਪਾਂ ਨੂੰ ਭਗਤੀ ਮਾਰਗ ਤੋਂ ਹਟਾਉਣ ਦੇ ਵਾਸਤੇ ਪਾਈ ਹੈ। ਇਹੀ ਗੇਮ ਹੈਗੀ ਆ। इन्हें माया जगदीश गुसाई, हे जग दे ईस, हे जग दे मालिक, हे जग दे साई, तेरे चरण विसार दिते इस माया ने। और किन्नी क ताकतवर आ। किंचत प्रीत न उपजै जन को जन कहाँ करें बेचारे रहाओ। कहते माड़ा जिहा भी जिहड़ा हैगा प्यार नहीं पाउण दिंदी तेरे नाल। ਜਿਹੜੇ ਜਨ ਹੈਗੇ ਭਗਤੀ ਕਰਨ ਵਾਲੇ ਹੈਗੇ ਆ, ਭਗਤੀ ਮਾਰਗ ਦੇ ਉੱਤੇ ਵੀ ਮਾਇਆ ਪੈ ਜਾਂਦੀ ਆ। ਆ ਜਿਹੜੀ ਹੈਗੀ ਆ ਦਿਖਾਵੇ ਦੀ, ਇਹ ਜਿਹੜੀ ਹੈਗੀ ਆ ਸਾਰੇ ਕਰਮ ਕਾਂਡਾਂ ਦੀ ਮਾਇਆ, ਦਿਖਾਵੇ ਦੀ, ਬਾਹਰੀ
ਸਰੀਰਿਕ ਜਿਹੜੇ ਹੈਗੇ ਆ ਉਹ ਜਿਹੜੇ ਕਰਮ ਸਰੀਰ ਦੇ ਨਾਲ ਕਰਨੇ, ਉਸੇ ਨੂੰ ਭਗਤੀ ਸਮਝ ਲੈਂਦਾ ਇਨਸਾਨ। ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਕਹਿੰਦੇ ਜਨ ਜਿਹੜੇ ਭਗਤੀ ਕਰਨਾ ਚਾਹੁੰਦੇ ਹੈਗੇ ਆ, ਉਹ ਕੀ ਕਰਨ ਵਿਚਾਰੇ। ਰਹਾਉ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ, ਤ੍ਰਿਗ ਤ੍ਰਿਗ ਮਤ ਬੁੱਧ ਫੰਨੀ। ਕਹਿੰਦੇ ਤ੍ਰਿਗਿਆ ਇਹ ਸਰੀਰ, ਔਰ ਤ੍ਰਿਗਿਆ ਇਹ ਧਨ, ਔਰ ਤ੍ਰਿਗਿਆ ਇਹ ਮਾਇਆ। ਇਹ ਸਰੀਰ ਮਿਲਿਆ ਆਪਾਂ ਨੂੰ, ਇਹ ਸਰੀਰ ਦੇ ਨਾਲ ਆਪਾਂ ਸਮਝ ਲੈਂਦੇ ਹਾਂ ਕਿ ਅਸੀਂ ਜਿਹੜੇ ਹੈਗੇ ਬਸ ਆ ਸਰੀਰ ਹੀ ਹੈਗੇ ਆ, ਜਾਂ ਬੰਦਾ ਜਾਂ ਤਿਮੀ ਜੋ ਵੀ ਹੈਗੇ ਆਪਾਂ, ਬਸ ਇਸ ਸਰੀਰ ਨੂੰ ਜਿਹੜਾ ਹੈਗਾ ਇਸੇ ਨੂੰ ਜਿਹੜਾ ਫੀਡ ਕਰਨ 'ਤੇ ਲੱਗ ਜਾਂਦੇ ਆ, ਇਸੇ ਨੂੰ ਸਵਾਰਨ ਵਾਸਤੇ ਜਿਹੜੀ ਹੈਗੀ ਉਮਰ ਲੰਘ ਜਾਂਦੀ ਆ ਆਪਣੀ। ਔਰ ਸਰੀਰ ਜਿਹੜਾ ਹੈਗਾ ਇਹ ਸਿਰਫ ਜਿਹੜਾ ਹੈਗਾ ਇੱਕ ਘੋੜਾ ਹੈਗਾ, ਇਹ ਤੇਜਨ ਹੈਗੀ ਆ, ਇੱਕ ਵਧੀਆ ਘੋੜੀ ਮਿਲੀ ਹੋਈ ਸੀ ਆਪਾਂ ਨੂੰ, ਇਸ 'ਤੇ ਯਾਤਰਾ ਕਰਨੀ ਸੀਗੀ। ਬਸ ਆਪਾਂ ਜਿਹੜੇ ਸਰੀਰ ਨੂੰ ਹੀ ਸਮਝਦੇ ਹਾਂ। ਉਹ ਸਰੀਰ ਤਾਂ ਜਿਹੋ ਜਿਹਾ ਮਰਜ਼ੀ ਹੋਏ, ਜਿਹੜਾ ਮਰਜ਼ੀ ਕੋਈ ਜਿਹੜਾ ਸਿਕੰਦਰ ਵਰਗਾ ਹੋਏ, ਸਰੀਰ ਤਾਂ ਕਿਸੇ ਦਾ ਵੀ ਰਹਿਣਾ ਨਹੀਂ ਹੈ ਭਾਈ, ਭਾਵੇਂ ਕੋਈ ਰੋਗੀ ਹੋਏ ਭਾਵੇਂ ਕੋਈ ਨਿਰੋਗ ਹੋਏ, ਜਿਹੋ ਜਿਹਾ ਮਰਜ਼ੀ ਹੋਏ। ਤ੍ਰਿਗ ਤਨ, ਮਹਾਰਾਜ ਕਹਿੰਦੇ ਤਿਕਾਰਿਆ ਉਹ ਤਨ, ਉਹ ਸਰੀਰ। ਤ੍ਰਿਗ ਧਨ, ਉਹ ਧਨ ਵੀ ਤਿਕਾਰਿਆ। ਕਹਿੰਦੇ ਕੀ ਫਾਇਦਾ, ਉਹ ਤਾਂ ਪਹਾੜੀ ਕੋਫਨ ਪਹਾੜਾ ਮਿਲਿਆ, ਆਪਾਂ ਨੂੰ ਸਿਰਫ ਪਹਾੜਾ ਮਿਲਣਾ ਹੈ। ਜਿੰਨਾ ਵੀ ਧਨ ਕਮਾ ਲਓ, ਜੋ ਮਰਜ਼ੀ ਦੁਨੀਆ ਦੇ ਪਦਾਰਥ ਲੈ ਲਓ, ਜਿੰਨੇ ਮਰਜ਼ੀ ਭੰਡਾਰ ਬਣਾ ਲਓ, ਜਿੰਨੇ ਮਰਜ਼ੀ ਜਿਹੜੇ ਸੋਨੇ ਦੀਆਂ ਇੱਟਾਂ ਇਕੱਠੀਆਂ ਕਰ ਲਓ, ਆਪਾਂ ਨੇ ਜੋ ਯੂਜ਼ ਕਰ ਲਿਆ ਉਹੀ ਪਹਾੜਾ ਆ ਆਪਣੇ ਕੋਲ। ਬਾਕੀ ਇੱਥੇ ਦਾ ਇੱਥੇ, ਹੋਰ ਸਾਰਾ ਜਿਹੜਾ ਬੇਗਾਨਾ ਹੋ ਜਾਣਾ। ਆਪਾਂ ਨੂੰ ਸਿਰਫ ਪਹਾੜਾ ਦੇਣਾ ਹੈ ਮਾਇਆ ਨੇ। ਮਾਇਆ ਕਹਿੰਦੀ ਤੂੰ ਮੈਨੂੰ ਚੁੱਕਿਆ, ਤੂੰ ਮੈਨੂੰ ਸਾਂਭਿਆ, ਆ ਤੂੰ ਜੋ ਲੈ ਲਿਆ ਬਸ ਇਹ ਤੇਰਾ ਪਹਾੜਾ। ਇਸ ਤੋਂ ਵੱਧ ਨਹੀਂ ਕੁਛ ਦੇਣਾ ਕਿਸੇ ਨੂੰ, ਕੋਈ ਨਹੀਂ ਲੈ ਸਕਦਾ ਇਸ ਤੋਂ ਵੱਧ। ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ, ਤ੍ਰਿਗ ਤ੍ਰਿਗ ਮਤ ਬੁੱਧ ਫੰਨੀ। ਉਹ ਮੱਤ ਜਿਹੜੀ ਹੈਗੀ, ਬੁੱਧੀ ਜਿਹੜੀ ਹੈਗੀ ਆ, ਮਨ ਦੀ ਮੱਤ ਜਿਹੜੀ ਹੈਗੀ, ਉਹ ਕਹਿੰਦੇ ਆ, ਉਹ ਵੀ ਕਹਿੰਦੇ 2 ਵਾਰੀ ਲਿਖਿਆ, ਕਹਿੰਦੇ ਉਹ ਤ੍ਰਿਗਿਆ ਤਿਕਾਰ ਆ, ਜਿਹੜੀ ਆ ਗਿਆਨ ਲੈ ਕੇ ਵੀ ਜਿਹੜਾ ਇਨਸਾਨ ਨਾ ਸਮਝੇ, ਫਿਰ ਜਿਹੜਾ ਹੈਗਾ ਇਹ ਫੰਨੀ ਜਿਹੜੀ ਨਾਸ਼ਵਾਨ ਜਿਹੜੇ ਹੈਗੇ ਪਦਾਰਥਾਂ ਦੇ ਵੱਲ ਜਿਹੜਾ ਹੈਗਾ, ਫਿਰ ਜਿਹੜਾ ਹੈਗਾ ਇਸ ਮਾਇਆ ਦੀ ਖਿੱਚ ਕਰੇ। ਕਹਿੰਦੇ ਤਿਕਾਰ ਐਸੀ ਮੱਤ ਤੇ 2 ਵਾਰੀ ਲਿਖਿਆ ਤ੍ਰਿਗ ਤ੍ਰਿਗ। 100 ਵਾਰੀ ਫਿੱਟੇ ਮੂੰਹ ਕਹਿ ਲਓ ਤੇ ਤਿਕਾਰ ਬਣ ਜਾਊਗਾ। ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ, ਤ੍ਰਿਗ ਤ੍ਰਿਗ ਮਤ ਬੁੱਧ ਫੰਨੀ। ਇਸ ਮਾਇਆ ਕੋ ਦ੍ਰਿੜ ਕਰ ਰਾਖੋ, ਬਾਂਧੇ ਆਪ ਬਚਨੀ। ਹੁਣ ਇਹਦੇ 'ਚ ਸਿੰਪਲ ਜੇ ਕਹੀਏ ਤੇ ਬਈ ਪਰਮਾਤਮਾ ਜਿਹੜਾ ਹੈਗਾ ਮਾਲਕ ਨੂੰ ਕਹਿ ਰਿਹਾ ਕਿ ਇਸ ਮਾਇਆ ਨੂੰ ਜਿਹੜਾ ਹੈਗਾ ਦ੍ਰਿੜ ਕਰ ਰੱਖੋ। ਮਾਇਆ ਨੂੰ ਤੁਹਾਡੇ ਬਚਨਾਂ ਨਾ ਬੰਨੇ ਆ। ਹੈ ਤਾਂ ਗੱਲ ਤਾਂ ਬਿਲਕੁਲ ਸਹੀ ਹੈਗੀ ਆ ਭਾਈ, ਪਰ ਇਹ ਬੋਲ ਨਹੀਂ ਨਿਕਲਦੇ। ਪ੍ਰੋਬਲਮ ਇੱਥੇ ਹੈਗੀ। ਕਰਨਾ ਤਾਂ ਮਾਇਆ, ਮਾਲਕ ਨੇ ਮਾਇਆ ਬਣਾਈ ਹੈ, ਮਾਲਕ ਨੇ ਮਾਇਆ ਪਾਈ ਆ, ਕਰਨਾ ਤਾਂ ਮਾਲਕ ਨਹੀਂ ਹੈਗਾ। ਗੱਲ ਬਿਲਕੁਲ ਕਬੀਰ ਜੀ ਦੀ ਸੱਚੀ ਹੈਗੀ ਆ। ਇਸ ਮਾਇਆ ਕੋ ਦ੍ਰਿੜ ਕਰ ਰੱਖੋ। ਮਾਲਕ ਤਾਂ ਕਹਿੰਦਾ ਮੈਨੂੰ ਤੂੰ ਕਹਿ ਮੈਂ ਦ੍ਰਿੜ ਕਰ ਦੇਣਾ, ਮੈਂ ਇਹਨੂੰ ਰੱਖ ਲੈਣਾ, ਮੈਂ ਹੀ ਪਾਈ ਹੋਈ ਆ, ਤੂੰ ਕਹੇ ਤਾਂ ਸਹੀ ਨਾ। ਤੇਰੇ ਵੱਲੋਂ ਪੁਕਾਰਤਾ ਹੈ, ਤੇਰੇ ਵੱਲੋਂ, ਤੂੰ ਤਾਂ ਕਹਿੰਦਾ ਹੀ ਨਹੀਂ ਹੈ ਮੈਨੂੰ ਵੀ ਇਹ ਮਾਇਆ ਮੈਨੂੰ ਤੰਗ ਕਰ ਰਹੀ ਹੈ। ਤੂੰ ਤਾਂ ਕਹਿੰਦਾ ਹੈ ਮਾਇਆ ਹੋਰ ਦਿਓ ਮੈਨੂੰ, ਤੂੰ ਤਾਂ ਹੋਰ ਜ਼ਿਆਦਾ ਮੰਗ ਰਿਹਾ ਹੈ ਮਾਇਆ। ਇਹ ਬੋਲ ਨਹੀਂ ਨਿਕਲਦੇ, ਬਸ ਇੱਥੇ ਪ੍ਰੋਬਲਮ ਹੈਗੀ ਆ। ਇਹ ਪੁਕਾਰ ਨਹੀਂ ਨਿਕਲਦੀ ਅੰਦਰੋਂ, ਜਿਸ ਤਰ੍ਹਾਂ ਕਬੀਰ ਜੀ ਦੇ ਅੰਦਰੋਂ ਨਿਕਲ ਰਹੀ ਆ। ਇਸ ਮਾਇਆ ਕੋ ਦ੍ਰਿੜ ਕਰ ਰੱਖੋ, ਬਾਂਧੇ ਆਪ ਬਚਨੀ। ਤੇਰੇ ਬਚਨਾਂ ਦੇ ਨਾਲ ਬੰਨੇ ਆ ਭਾਈ, ਬੰਨੇ ਆ ਠੀਕ ਹੈ। ਮਾਲਕ ਦੇ ਬਚਨਾਂ, ਮਾਲਕ ਨੇ ਮਾਇਆ ਬਣਾਈ ਆ, ਮਾਲਕ ਨੇ ਗੇਮ ਪਾਈ ਆ, ਇਹਦੇ ਵਿੱਚ ਆਪਣਾ ਰੋਲ ਨਹੀਂ ਹੈਗਾ। ਪਰ ਮਾਲਕ ਕਹਿੰਦਾ ਤੇਰੀ ਚੁਆਇਸ ਹੈਗੀ ਮਿੱਤਰਾ, ਤੂੰ ਬੱਚੂ, ਤੂੰ ਮੇਰਾ ਬੱਚਾ ਹੈਗਾ, ਤੇਰੀ ਚੁਆਇਸ ਹੈਗੀ। ਤੂੰ ਕਿਹਦੇ ਨਾਲ ਖੇਡਣਾ ਹੈ, ਤੂੰ ਮੇਰੇ ਨਾਲ ਖੇਡਣਾ ਹੈ ਤੇ ਮੈਨੂੰ ਕਹਿ,
ਤੂੰ ਇਹ ਖਿਡੌਣਿਆਂ ਨਾਲ ਖੇਡਣਾ ਹੈ, ਤੂੰ ਤਾਂ ਕਹਿੰਦਾ ਮੈਂ ਖਿਡੌਣਿਆਂ ਨਾਲ ਖੇਡਣਾ ਹੈ। ਮੈਂ ਖੁਸ਼ ਹੈਗਾ, ਮੈਂ ਸਵਾਦਾਂ ਦੇ ਨਾਲ, ਰਸਾਂ ਕਸਾਂ ਦੇ ਨਾਲ, ਮੈਂ ਦੁਨੀਆ ਦੇ ਨਾਲ, ਮੈਂ ਘਰ ਵਾਲੇ ਦੇ ਨਾਲ, ਘਰ ਵਾਲੇ ਦੇ ਨਾਲ, ਮੈਂ ਬੱਚਿਆਂ ਦੇ ਨਾਲ, ਮੈਂ ਤਾਂ ਖੁਸ਼ ਹੈਗਾ। ਬਸ ਆ ਪੁਕਾਰ ਚਾਹੀਦੀ ਆ। ਇਸ ਮਾਇਆ ਕੋ ਦ੍ਰਿੜ ਕਰ ਰੱਖੋ, ਬੰਦੇ ਆਪ ਬਚਨੀ। ਉਹਦੇ ਬਚਨਾਂ ਨਾਲ ਹੀ ਬੰਨੇ ਹੋਏ ਆ ਭਾਈ। ਕਿਆ ਖੇਤੀ ਕਿਆ लेवा देई, परपंच ਝੂਠ ਗੁਮਾਨਾ। ਕਹਿੰਦੇ ਕੋਈ ਵੀ ਹੋਏ ਦੁਨੀਆ ਦੇ ਵਿੱਚ, ਕੋਈ ਵੀ ਜਿਹੜਾ ਹੈਗਾ ਇਨਸਾਨ ਕੋਈ ਵੀ ਕੰਮ ਕਰੇ, ਕਹਿੰਦੇ ਖੇਤੀ ਵੀ ਕੀ ਹੈ, ਕਹਿੰਦੇ ਉੱਤਮ ਖੇਤੀ, ਉਹ ਕਹਿੰਦੇ ਮੱਧਮ, ਕੀ ਕਹਿੰਦੇ ਆ, ਮੱਧਮ ਵਪਾਰ ਤੇ ਨਿਕ੍ਰਿਸ਼ਟ ਚਾਕਰੀ, ਇਹ ਜੇ ਵੀ ਬੋਲ ਹੈਗੇ ਵੀ ਖੇਤੀ ਉੱਤਮ ਹੈ, ਵਪਾਰ ਮੱਧਮ ਹੈ, ਤੇ ਚਾਕਰੀ ਜਿਹੜੀ ਸਭ ਤੋਂ ਘਟੀਆ ਹੈਗੀ ਤਿੰਨਾਂ ਦੇ ਵਿੱਚੋਂ। ਕਬੀਰ ਜੀ ਕਹਿੰਦੇ ਨਹੀਂ ਭਾਈ, ਕਿਆ ਖੇਤੀ ਕਿਆ लेवा देई, ਪਰਪੰਚ ਝੂਠ ਗੁਮਾਨਾ। ਸਾਰਾ ਹੀ ਪਰਪੰਚ ਹੈਗਾ, ਸਾਰਾ ਹੀ ਦਿਖਾਵਾ ਹੈ, ਸਾਰਾ ਹੀ ਝੂਠ ਹੈਗਾ। ਇਹਦਾ ਹੰਕਾਰ ਸਾਰੇ ਦਾ ਝੂਠ ਹੈਗਾ ਭਾਈ, ਜੇ ਇਸੇ ਨੂੰ ਸੱਚ ਸਮਝ ਲਿਆ ਤੇ। ਕਿਆ ਖੇਤੀ ਕਿਆ लेवा देई, ਪਰਪੰਚ ਝੂਠ ਗੁਮਾਨਾ। ਕਹਿ ਕਬੀਰ ਤੇ ਅੰਤ ਵਿਗੂਥੇ, ਆਇਆ ਕਾਲ ਨਿਦਾਨਾ। ਬਸ ਆਖਰੀ ਸਮੇਂ ਤੱਕ ਜੇ ਕੋਈ ਇਨਸਾਨ ਜਿਹੜਾ ਹੈਗਾ ਇਸ ਮਾਇਆ ਦੇ ਨਾਲ, ਇਸ ਝੂਠ ਦੇ ਨਾਲ, ਇਸ ਪਰਪੰਚ ਦੇ ਨਾਲ, ਇਸ ਦਿਖਾਵੇ ਦੇ ਨਾਲ, ਇਸ ਛਲ ਦੇ ਨਾਲ ਜਿਹੜਾ ਹੈਗਾ ਆਖਰੀ ਦਮ ਤੱਕ ਜਿਹੜਾ ਲਿਪਟਿਆ ਰਹਿੰਦਾ ਆ, ਕਹਿੰਦੇ ਫਿਰ ਤਾਂ ਭਾਈ ਉਹ ਤਾਂ ਨਾਦਾਨ ਹੈਗਾ। ਤੇ ਹੁਣ ਇਹ ਸਰੀਰ ਵੀ ਚਲੇ ਜਾਣਾ ਹੈ, ਉਹਦਾ ਨਿਦਾਨ ਹੋ ਜਾਣਾ ਉਹਨੇ, ਤੇ ਉਹ ਕਾਲ ਜਿਹੜਾ ਹੈਗਾ ਉਹਦਾ ਜਿਹੜਾ ਹੈਗਾ ਸਮਾਂ ਖਤਮ ਹੋ ਜਾਣਾ ਹੈ, ਔਰ ਉੱਥੇ ਜਿਹੜਾ ਹੈਗਾ ਉਹਦਾ ਹਿਸਾਬ ਕਿਤਾਬ ਸ਼ੁਰੂ ਹੋ ਜਾਣਾ ਹੈ। ਇਹ ਜੀ ਕਬੀਰ ਜੀ ਦਾ ਜਿਹੜਾ ਹੈਗਾ ਆਪਾਂ ਨੂੰ ਚੌਕਸ ਕੀਤਾ ਹੈ ਕਬੀਰ ਜੀ ਨੇ, ਬਈ ਨਿਕਲਣ ਦਾ ਰਸਤਾ ਵੀ ਹੈਗਾ ਭਾਈ। ਉਹ ਮਾਲਕ ਨੇ ਗੇਮ ਪਾਈ ਹੈ। ਮਾਲਕ ਕਹਿੰਦਾ ਗੇਮ ਹੀ ਇਹ ਹੈ ਬਈ ਕੋਈ ਮੈਨੂੰ ਪੁਕਾਰ ਕਰੇ, ਬਈ ਮੈਨੂੰ ਜਿਹੜਾ ਹੈਗਾ ਮੈਂ ਨਿਕਲਣਾ ਚਾਹੁੰਦਾ ਹਾਂ, ਬਸ ਮੈਂ ਉਹਨੂੰ ਕੱਢ ਲੈਣਾ ਹੈ। ਮੱਖਣ ਦੇ ਵਿੱਚੋਂ ਬਾਲ ਜਿਵੇਂ ਨਿਕਲਦਾ ਹੈ ਉਵੇਂ ਕੱਢ ਲੈਣਾ ਉਹਨੂੰ। ਪੁਕਾਰ ਹੀ ਚਾਹੀਦੀ ਹੈ ਆਪਣੀ। ਇਸ ਤੋਂ ਅੱਗੇ ਅਗਲਾ ਸ਼ਬਦ ਆ ਗਿਆ, ਬਿਲਾਵਲ। ਗੁਰਕੀ ਸਾਹਿਬ ਆ ਗਏ, ਵੈਸੇ ਉਹਨਾਂ ਦੀ ਵੀ ਰਾਏ ਲੈ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਕੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਤੁਸੀਂ ਨਾ ਫਤਿਹ ਬੁਲਾਇਓ, ਅੱਜ ਫੇਰ ਲੇਟ। ਕੋਈ ਨਹੀਂ ਮੈਨੂੰ ਤਾਂ ਲੱਗਦਾ ਲੇਟ, ਉਹ ਏਦਾਂ ਹੀ, ਇਹ ਬੜਾ ਕੋਈ ਕਰਨਾ ਪੈਂਦਾ ਸੰਸਾਰ 'ਚ। ਨਹੀਂ ਕੋਈ ਨਹੀਂ। ਤੇ ਹਾਂਜੀ ਆਪਾਂ ਉੱਥੇ ਹੀ ਕਥਾ ਕਰਨੀ ਨਾ। ਹਾਂਜੀ ਇਹ ਆਪਾਂ ਨੇ 857 ਅੰਗ ਤੋਂ ਕਰਨੀ ਹੈ, ਤੇ 9ਵਾਂ ਸ਼ਬਦ ਲੈ ਰਹੇ ਹਾਂ ਅਸੀਂ। ਸ਼ਬਦ ਦੀ ਵਿਚਾਰ ਕੀਤੀ ਹੈ ਤੇ ਆਪਾਂ ਫਿਰ ਲੈਂਦੇ ਹਾਂ। ਬਿਲਾਵਲ ਇਹਨੇ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ। ਇਹ ਪੁਕਾਰ ਹੋ ਰਹੀ ਹੈ। ਕਬੀਰ ਜੀ ਜਿਹੜੇ ਹੈਗੇ ਆ, ਕਬੀਰ ਜੀ ਪੁਕਾਰ ਮਾਲਕ ਪਰਮਾਤਮਾ ਨੂੰ ਅੱਗੇ ਚੋਇਸ ਕਹਿ ਰਹੇ, ਮਾਲਕ ਨੂੰ ਕਹਿ ਰਹੇ ਆ ਬਈ ਹੇ ਮਾਲਕਾ, ਇਹ ਮਾਇਆ ਪੈਦਾ ਤਾਂ ਤੂੰ ਕੀਤੀ ਹੈਗੀ, ਪੈਦਾ ਤੂੰ ਕੀਤੀ ਆ, ਔਰ ਇਹ ਐਸੀ ਜ਼ਬਰਦਸਤ, ਇੰਨੀ ਤਾਕਤਵਰ ਮਾਇਆ ਹੈਗੀ ਆ ਕਿ ਇਹਨੇ ਤੇਰੇ ਚਰਨ ਜਿਹੜੇ ਹੈਗੇ ਵਿਸਾਰ ਦਿੱਤੇ ਆ, ਮੈਨੂੰ ਤੇਰੇ ਵੱਲ ਨੂੰ ਆਉਣ ਨਹੀਂ ਦਿੰਦੀ ਹੈ। ਇੰਨੀ ਜ਼ਿਆਦਾ ਮਨ ਨੂੰ ਮੋਹਣ ਵਾਲੀ ਹੈਗੀ ਆ, ਇੰਨੀ ਜ਼ਬਰਦਸਤ। ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਬੇਚਾਰੇ ਰਹਾਓ। ਤੇਰੇ ਜਨ ਜਿਹੜੇ ਹੈਗੇ ਆ ਭਗਤੀ ਕਰਨਾ ਚਾਹੁੰਦੇ ਵੀ ਹੈਗੇ ਆ, ਤੇ ਤਾਂ ਵੀ ਜਿਹੜੀ ਹੈਗੀ ਪ੍ਰੀਤ ਨਹੀਂ ਪੈਦਾ ਹੁੰਦੀ। ਉਹ ਦਿਖਾਵੇ ਦੇ ਵਿੱਚ ਜਿਹੜੇ ਹੈਗੇ ਆ, ਇਹ ਜਿਸ ਤਰ੍ਹਾਂ ਪਿੱਛੇ ਦੱਸਿਆ ਸੀਗਾ ਬਈ ਜੋਗੀ ਮੁੰਦਰਾਂ ਪਾ ਲੀਆਂ, ਜਾਂ ਹੋਰ ਜਿਹੜੇ ਹੈਗੇ ਕਰਮ ਕਾਂਡ, ਸਰੀਰਿਕ ਬਾਹਰਿਕ ਜਿਹੜੇ ਚਿੰਨ੍ਹ, ਬਾਹਰਿਕ ਆਡੰਬਰ, ਉਹ ਭਗਤੀ ਨਹੀਂ ਕਰਦੇ, ਉਹਨਾਂ ਨੂੰ ਪਿਆਰ ਹੀ ਨਹੀਂ ਤੇਰੇ ਨਾਲ ਪੈਦਾ ਹੁੰਦਾ। ਕੀ ਕਾਰਨ? ਜਨ ਜਿਹੜੇ ਹੈਗੇ ਇਹ ਭਗਤੀ ਮਾਰਗ ਦੇ ਉੱਤੇ ਅੱਗੇ ਵੀ ਤੇਰਾ ਜਿਹੜਾ ਹੈਗਾ ਪੇਪਰ ਜਿਹੜਾ ਹੈਗਾ, ਇਹ ਭਗਤੀ ਮਾਰਗ ਦੇ ਉੱਤੇ ਵੀ ਤੇਰਾ ਪੇਪਰ ਹੈਗਾ। ਦਿਲੋਂ ਜਿਹੜਾ ਹੈਗਾ ਪੁਕਾਰ ਜਿਹੜਾ ਕਰਦਾ ਹੈ, ਉਹਨੂੰ ਜਿਹੜਾ ਹੈਗਾ ਉਹ ਨਿਕਲਦਾ ਇਸ ਰਸਤੇ 'ਤੇ। ਉਹ ਪ੍ਰੀਤ ਪੈਦਾ ਹੀ ਨਹੀਂ ਹੁੰਦੀ, ਉਹ ਪੁਕਾਰ ਜਿਹੜੀ ਹੈਗੀ ਅੰਦਰੋਂ ਨਿਕਲਦੀ ਨਹੀਂ ਹੈ।
ਰਹਾਓ। ਔਰ ਮਾਇਆ ਐਸੀ ਹੈਗੀ ਆ ਕਿ ਇੰਨਾ ਜਿਹੜਾ ਸਰੀਰ ਦੇ ਨਾਲ, ਜਿਹੜਾ ਤਨ ਦੇ ਨਾਲ ਜਿਹੜਾ ਹੈਗਾ ਇਹ ਪਿਆਰ ਪਾ ਦਿੰਦੀ ਆ ਕਿ ਇਹ ਸਰੀਰ ਜਿਹੜਾ ਹੈਗਾ ਇਹੀ ਆਪਾਂ ਨੂੰ ਸਾਰਾ ਕੁਛ ਲੱਗਦਾ ਹੈ, ਔਰ ਤਨ ਹੀ ਸਾਰਾ ਕੁਛ ਲੱਗਦਾ ਹੈ। ਔਰ ਹੈ ਇਹ ਨਾਸ਼ਵਾਨ। ਤ੍ਰਿਗ ਤਨ, ਤ੍ਰਿਗ ਧਨ, ਤ੍ਰਿਗ ਇਹ ਮਾਇਆ, ਤ੍ਰਿਗ ਮਤ ਬੁੱਧ ਫੰਨੀ, ਆਹੀ ਮਾਇਆ ਆ। ਕਹਿੰਦੇ ਧਿਕਾਰਿਆ ਇਹ ਤਨ, ਜਿਹੜਾ ਸਰੀਰ ਨੂੰ ਹੀ ਸਾਰਾ ਕੁਝ ਸਮਝ ਰਹੇ, ਔਰ ਧਨ ਨੂੰ, ਇਹ ਦੁਨੀਆ ਦੇ ਪਦਾਰਥ ਜਿਹੜੇ ਹੈਗੇ ਆ ਇਹਨਾਂ ਨੂੰ ਹੀ ਸਾਰਾ ਕੁਝ ਸਮਝ ਰਿਹਾ ਇਨਸਾਨ। ਇਹੀ ਮਾਇਆ ਹੈਗੀ ਆ। ਔਰ ਇਹ ਮਾਇਆ ਦੀ ਮਨ ਦੀ ਮੱਤ ਜਿਹੜੀ ਐਸੀ ਹੈਗੀ, ਇਹ ਜਿਹੜੀ ਹੈਗੀ ਇਹ ਵਿਨਾਸ਼ ਵੱਲ ਲੈ ਜਾਂਦੀ ਆ ਆਪਾਂ ਨੂੰ। ਇਹ ਸਰੀਰ ਜਿਹੜਾ ਹੈਗਾ ਵੇਸਟ ਹੋ ਜਾਂਦਾ, ਇਹ ਬਾਰੀ ਜਿਹੜੀ ਹੈਗੀ ਇਹ ਮੱਤ ਦੇ ਨਾਲ ਵੇਸਟ ਹੋ ਜਾਂਦੀ ਹੈ। ਇਸ ਮਾਇਆ ਕੋ ਦ੍ਰਿੜ ਕਰ ਰਾਖੋ, ਬਾਂਦੇ ਆਪ ਬਚਨੀ। ਕਹਿੰਦੇ ਇਹ ਮਾਇਆ ਜਿਹੜੀ ਹੈ ਮਾਲਕਾ, ਇਹ ਮਾਇਆ ਨੂੰ ਜਿਹੜਾ ਹੈਗਾ ਇਹਨੂੰ ਰੋਕ। ਇਹ ਤੇਰੀ ਪੈਦਾ ਕੀਤੀ ਹੋਈ ਹੈ ਔਰ ਤੇਰੀ ਸੁਣਦੀ ਆ। ਇਸ ਮਾਇਆ ਕੋ ਦ੍ਰਿੜ ਕਰ ਰੱਖੋ, ਬਾਂਦੇ ਆਪ ਬਚਨੀ। ਇਹਨੇ ਮੈਨੂੰ ਬੰਨਿਆ ਹੋਇਆ ਹੈ, ਸਾਰਿਆਂ ਨੂੰ ਬੰਨਿਆ ਹੋਇਆ ਆ। ਇਹ ਤੇਰੇ ਹੁਕਮ ਦੇ ਨਾਲ ਬੰਨਿਆ ਹੋਇਆ। ਇਹ ਤੇਰੇ ਬਚਨ ਮੰਨਦੀ ਆ, ਮੇਰੀ ਗੱਲ ਨਹੀਂ ਮੰਨਦੀ, ਤੇਰੇ ਬਚਨ ਮੰਨਦੀ ਆ। ਤੂੰ ਜਿਹੜਾ ਹੈਗਾ ਮਿਹਰ ਕਰ ਔਰ ਮਾਇਆ ਨੂੰ, ਇਸ ਮਾਇਆ ਤੋਂ ਮੈਨੂੰ ਬਚਾ। ਮੈਂ ਤੇਰੀ ਭਗਤੀ ਚਾਹੁੰਦਾ, ਮੈਂ ਤੈਨੂੰ ਚਾਹੁੰਦਾ ਹਾਂ, ਮੈਂ ਤੇਰੇ ਕੋਲ ਆਉਣਾ ਚਾਹੁੰਦਾ ਹਾਂ। ਇਹ ਮਾਇਆ ਰੁਕਾਵਟ ਹੋ ਰਹੀ ਹੈ ਮੇਰੀ, ਇਹ ਮੈਨੂੰ ਇਸ ਤੋਂ ਕੱਢ। ਆਹ ਪੁਕਾਰ ਨਹੀਂ ਉੱਠਦੀ ਆਪਣੇ ਅੰਦਰੋਂ, ਕਿਉਂਕਿ ਪਰਮਾਤਮਾ ਮਾਲਕ ਕਹਿੰਦਾ ਹੈ ਬੱਚੂ ਤੂੰ ਜਿਹੜਾ ਹੈਗਾ, ਤੈਨੂੰ ਦੋਨੋਂ ਆਪਸ਼ਨ ਦਿੱਤੇ ਆ, ਕਿਹੜਾ ਮਰਜੀ ਪੈਰ ਚੁੱਕ। ਤੂੰ ਜਿਹੜਾ ਮਾਇਆ ਵਾਲਾ, ਤੂੰ ਤਾਂ ਕਹਿੰਦਾ ਮੈਨੂੰ ਚਾਹੀਦੀ ਹੈ ਮਾਇਆ, ਮੈਨੂੰ ਮਾਇਆ ਹੀ ਚਾਹੀਦੀ ਆ। ਮੈਨੂੰ ਮੇਰੇ ਵੱਲ ਤਾਂ ਤੂੰ ਕਹਿੰਦਾ ਮੈਨੂੰ ਤੂੰ ਨਹੀਂ ਚਾਹੀਦਾ, ਤੇਰੀ ਮਾਇਆ ਦੇ ਮੈਨੂੰ ਬਸ। ਇਸ ਕਰਕੇ ਜਿਹੜਾ ਹੈਗਾ ਇਹ ਮਾਲਕ ਵੱਲੋਂ ਰੋਕਣਾ ਮਾਲਕ ਨੇ, ਕਿਉਂਕਿ ਇਹ ਜਿਹੜੇ ਕਾਮ ਕ੍ਰੋਧ ਲੋਭ ਓਂਕਾਰ, ਜਿਹੜੇ 5 ਵਾਇਸਸ, 5 ਕੁੱਤੇ ਪਾਏ ਹੋਏ ਆ, ਆਪਣੇ ਪਿੱਛੇ ਲਾਏ ਹੋਏ ਆ, ਇਹ ਮਾਲਕ ਦੇ ਹੈ ਭਾਈ। ਉਹਦਾ, ਇਹਨਾਂ ਦਾ ਮਾਲਕ ਪਰਮਾਤਮਾ ਹੈਗਾ। ਉਸੇ ਨੇ ਜਿਹੜਾ ਇਹਨਾਂ ਨੂੰ ਕਹਿਣਾ ਹੈ ਭਾਈ, ਉਸੇ ਨੇ ਇਹਨਾਂ ਨੂੰ ਰੋਕਣਾ ਹੈ। ਬਸ ਆਪਾਂ ਨੇ ਚੁਆਇਸ ਕਰਨੀ ਆ ਮਾਲਕ ਦੇ ਅੱਗੇ, ਫਿਰ ਉਹਨੇ ਮਾਲਕ ਨੇ ਜਿਹੜਾ ਹੈਗਾ ਐਕਟਿਵ ਹੋ ਜਾਣਾ ਹੈ। ਉਹਨੇ ਬ੍ਰਹਮ ਗਿਆਨ ਗੁਰੂ ਮਿਲਾ ਦੇਣੇ ਆ, ਔਰ ਜਿਹੜਾ ਹੈਗਾ ਉਹਨੇ ਭਗਤੀ ਮਾਰਗ ਤੇ ਪਾ ਦੇਣਾ ਆਪਾਂ ਨੂੰ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ। ਵੇ ਲੋਕ ਕਹਿ ਰਹੇ ਨੇ, ਕਹਿੰਦੇ ਕਿ ਮਾਇਆ ਏਦਾਂ ਦੀ ਆ ਕਿ ਪਰਮਾਤਮਾ ਹੀ ਭੁਲਾਤਾ ਉਹਨੇ। ਬਿਲਕੁਲ। ਚਰਨ ਦਾ ਮਤਲਬ ਪਰਮਾਤਮਾ ਹੀ ਹੈ। ਹਾਂ, ਧਿਆਨ ਤੇ ਵੈਸੇ ਸਮਝਾਉਣ ਦੇ ਆਪਾਂ ਨੂੰ ਸਮਝਾਉਣ ਦੀ ਗੱਲ ਕਰਦੇ ਨੇ ਕਿ ਮਤਲਬ ਚਰਨਾਂ ਦਾ ਸਾਡਾ ਜਿਹੜਾ ਧਿਆਨ ਹੈ ਉਹ ਤੋੜ ਦਿੱਤਾ, ਖੰਡਿਤ ਕਰ ਦਿੱਤਾ। ਹਾਂ, ਲੱਗਿਆ ਹੀ ਨਹੀਂ ਸੀ ਧਿਆਨ। ਗੋਰਖੀ ਸਾਹਿਬ ਧਿਆਨ ਲੱਗਿਆ ਹੀ ਨਹੀਂ ਸੀ। ਹਾਂ, ਧਿਆਨ ਦਾ ਮਤਲਬ ਤੇ ਇਹ ਹੁੰਦਾ ਵਾ ਕਿ ਚੀਜ਼ ਦੇਖੋ, ਇਹ ਸੰਸਾਰ ਤੇ ਆਪ ਜਸਟ ਦੇਖੋ ਕਿ ਮਾਇਆ ਇੰਨੀ ਪਾਵਰਫੁਲ ਆ। ਅੱਜ ਦੀ ਡੇਟ 'ਚ ਵੀ ਕਿਸੇ ਬੰਦੇ ਨੂੰ ਕਹੋ ਨਾ ਕਿ ਪਰਮਾਤਮਾ ਨਾਮ ਦੀ ਕੋਈ ਸ਼ਕਤੀ ਹੈਗੀ ਹੈ, ਤੇ ਉਹ ਜਸਟ ਮੈਂ ਨਹੀਂ ਕਹਿੰਦਾ, ਉਹ ਕਹੂਗਾ ਹੈਗੀ ਆ, ਉਹ ਕੇਵਲ ਸੁਣੀਆਂ ਸੁਣਾਈਆਂ ਗੱਲਾਂ ਸਿਰ ਤੇ ਕਹਿ ਦੂਗਾ, ਉਹਦਾ ਆਪਣਾ ਕੋਈ ਨਿੱਜੀ ਅਨੁਭਵ ਨਹੀਂ ਹੋਵੇਗਾ। ਮੈਂ ਫੇਰ ਕਹਿਣਾ, ਅੱਜ ਦੇ ਟਾਈਮ ਤੇ ਤੁਸੀਂ ਕਿਸੇ ਨੂੰ ਕਹਿ ਦਿਓ ਕਿ ਰੱਬ ਰੂਪੀ ਕੋਈ ਸ਼ਕਤੀ ਹੈਗੀ ਆ, ਉਹ ਕਹੂਗਾ ਹਾਂਜੀ ਗ੍ਰੰਥਾਂ 'ਚ ਲਿਖਿਆ। ਤੇ ਜੇ ਮੈਂ ਕਹਾਂ ਮੇਰਾ ਨਿੱਜੀ ਅਨੁਭਵ ਆ, ਨਹੀਂ, ਬਹੁਤ ਰੇਅਰ ਆ। ਇੰਨੀ ਪਾਵਰਫੁਲ ਮਾਇਆ, ਆਪ ਜਸਟ ਸੋਚੋ। ਤੇ ਇੰਨੇ ਧਾਰਮਿਕ ਸਥਾਨ, ਇੰਨੇ ਇੱਥੇ ਧਾਰਮਿਕ ਗ੍ਰੰਥ, ਇੰਨੇ ਕਰੋੜਾਂ ਲੋਕ ਸੰਤ ਬਣੇ ਬੈਠੇ ਆ, ਇਹ ਕੌਣ ਨੇ ਸਾਰੇ? ਫਿਰ ਆਪ ਜਸਟ ਸੋਚੋ। ਇਸੇ ਲਈ ਬਾਣੀ 'ਚ ਕਹਿ ਕੇ ਗਏ ਨੇ ਕਿ ਕੋਟਨ ਮੇਂ ਏਕ, ਕਰੋੜਾਂ 'ਚੋਂ ਇੱਕ, ਬਿਰਲਾ। ਕਿਉਂਕਿ ਇਹ ਮਾਇਆ ਦਾ ਪ੍ਰਤਾਪ ਬਹੁਤ ਜ਼ਿਆਦਾ ਹੈ। ਆਪਾਂ ਗੱਲਾਂ ਤੇ ਕਰਦੇ ਹਾਂ ਨਾ ਕਿ ਆਪਾਂ ਮਤਲਬ ਧਾਰਮਿਕ ਹੋ ਗਏ ਆ, ਪਰ ਅਸਲ ਦੇ ਵਿੱਚ ਧਾਰਮਿਕ ਮਨੁੱਖ ਹੋਣਾ ਇਹਦੇ ਲਈ ਬੜੀ ਘਾਲਣਾ ਹੈ। ਫਿਰ ਉਹ ਬਾਣੀ 'ਚ ਵੀ ਕਹਿੰਦੇ ਨੇ, ਜਿੰਨਾ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।
ਕਿ ਮੁੱਖ ਗੱਲਾਂ ਨਾਲ ਉਜਲਾ ਤੇ ਨਹੀਂ ਹੋਣਾ, ਕਿਉਂਕਿ ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਵਿਚਾਰ ਵੀ ਚੰਗੇ ਕਰਨੇ ਪੈਣੇ ਆ। ਕਿਉਂਕਿ ਜਿੱਦ ਤੱਕ ਸਾਡਾ ਚਰਿੱਤਰ ਹੀ ਨਹੀਂ ਬਿਲਡ ਹੋਇਆ, ਕਿੱਥੋਂ ਧਾਰਮਿਕ ਅਸੀਂ? ਕਿ ਪਾਠ ਪੜ੍ਹਨ ਦੇ ਨਾਲ, ਪੂਜਾ ਕਰਨ ਦੇ ਨਾਲ, ਉੱਥੇ ਸੇਵਾ ਕਰਨ ਦੇ ਨਾਲ ਮੈਂ ਧਾਰਮਿਕ ਹੋ ਗਿਆ? ਧਾਰਮਿਕ ਤਾਂ ਨਹੀਂ, ਉਹ ਧਾਰਮਿਕ ਤਾਂ ਜਦ ਤੱਕ ਜਿਹੜਾ ਹੈਗਾ ਅੰਦਰੋਂ ਧਰਮ ਨਹੀਂ ਪੈਦਾ ਹੁੰਦਾ, ਧਾਰਮਿਕ ਕਿਵੇਂ ਹੋ ਸਕਦੇ ਆ ਗੁਰਕੀ ਸਾਹਿਬ? ਅੰਦਰੋਂ ਆਪਣਾ ਕਿਰਦਾਰ ਨਹੀਂ ਜਿਹੜਾ ਹੈਗਾ ਸਹੀ ਹੁੰਦਾ, ਤੇ ਧਾਰਮਿਕ ਕਿਸ ਤਰੀਕੇ, ਕਿਹੜੇ ਪਾਸਿਓਂ ਹੋ ਸਕਦੇ? ਹਾਂ, ਇਸ ਕਰਕੇ ਧਾਰਮਿਕ ਹੋਣਾ ਇੱਕ ਬਹੁਤ ਵੱਡੀ ਗੱਲ ਆ। ਆਪ ਜਸਟ ਸੋਚੋ ਕਿ ਮਾਇਆ ਇੰਨੀ ਪਾਵਰਫੁਲ ਆ, ਉਹਦੇ 5 ਤੱਤਾਂ ਨੂੰ ਆਪਾਂ ਦੂਰ ਕਰਦੇ ਆ ਤੇ ਉਹਦੇ ਵਿੱਚੋਂ ਆਪਾਂ ਪਰਮਾਤਮਾ ਨੂੰ ਪ੍ਰਗਟ ਕਰ ਦਿੰਦੇ ਆ, ਤੇ ਕਿੱਡੀ ਵੱਡੀ ਗੱਲ ਹੈ। ਇੱਕ ਮਾਮੂਲੀ ਗੱਲ ਨਹੀਂ ਹੈਗੀ। ਇਸ ਲਈ ਸੰਸਾਰ ਦੇ ਉੱਤੇ ਇਹ ਬਹੁਤ ਵਿਰਲੇ ਨੇ ਪੈਦਾ ਹੁੰਦੇ ਨੇ, ਪਰ ਕਈ ਐਸੇ ਬੱਚੇ ਹੁੰਦੇ ਨੇ ਉਹ ਮਾਇਆ ਨੂੰ ਵੀ ਸਾਈਡ ਤੇ ਕਰਕੇ ਨਿਰਜਰ ਸਾਹਿਬ ਪਰਮਾਤਮਾ ਨੂੰ ਪ੍ਰਗਟ ਕਰ ਦਿੰਦੇ। ਤੇ ਇਹ ਵੀ ਉਹਦਾ ਹੀ ਆਸ਼ੀਰਵਾਦ ਹੈ। ਬਿਲਕੁਲ ਉਹਦਾ ਹੀ ਆਸ਼ੀਰਵਾਦ ਹੈ, ਉਸ ਨੇ ਕਰਨਾ ਹੈਗਾ। ਆਪਾਂ ਨੇ ਸਿਰਫ ਜਿਹੜਾ ਹੈਗਾ ਅੰਦਰੋਂ ਖਿੱਚ ਕਿੰਨੀ ਆ ਆਪਣੀ, ਆਪਾਂ ਕਿੰਨੇ ਸੱਚੇ ਹੈਗੇ ਆ, ਪੁਕਾਰ ਕਰ ਰਹੇ ਆ ਨਾ, ਆਪਾਂ ਕਹਿ ਰਹੇ ਮਾਲਕਾ ਮੈਂ ਤੈਨੂੰ ਚਾਹੁੰਦਾ, ਤੇਰੀ ਭਗਤੀ ਚਾਹੁੰਦਾ, ਤੇਰੇ ਕੋਲ ਆਉਣਾ ਚਾਹੁੰਦਾ, ਕਿੰਨੇ ਕੁ ਸੱਚੇ ਆ ਆਪਾਂ, ਉਹਦੇ ਉੱਤੇ ਡਿਪੈਂਡ ਕਰਦਾ ਹੈ ਆਪਣੇ ਅੰਦਰੋਂ ਪੁਕਾਰ ਜਿਹੜੀ ਹੈਗੀ ਕਿਸ ਤਰ੍ਹਾਂ ਨਿਕਲ ਰਹੀ ਹੈ। ਹਾਂਜੀ ਵੀਰ ਜੀ। ਆਪਾਂ ਇਸ ਜਰਨੀ 'ਚ ਕਿੰਨੇ ਕੁ ਸੀਰੀਅਸ ਹੈ, ਇਹ ਮੇਨ ਗੱਲ ਹੈਗੀ ਆ। ਜੇ ਆਪਾਂ ਸੀਰੀਅਸ ਹੈਗੇ ਆ ਤੇ ਬਹੁਤ ਵਧੀਆ ਗੱਲ ਹੈ, ਫਿਰ ਤੇ ਕਿਰਪਾ ਹੀ ਕਿਰਪਾ ਹੈ ਪਰਮਾਤਮਾ ਦੀ। ਪਰ ਜ਼ਿਆਦਾਤਰ ਜਿਹੜਾ ਨਾ, ਜ਼ਿਆਦਾਤਰ ਲੋਕ ਕਹਿੰਦੇ ਮਾਥਾ ਤਿਲਕ ਹੱਥ ਮਾਲਾ ਬਾਨਾ, ਲੋਕ ਰਾਮ ਖਿਲਾਉਣਾ ਚਾਹੁੰਦੇ। ਬਿਲਕੁਲ ਸਹੀ ਗੱਲ ਹੈ। ਬਾਣੀ 'ਚ ਬੜੀਆਂ ਗਹਿਰੀਆਂ ਗੱਲਾਂ ਕੀਤੀਆਂ, ਸਾਨੂੰ ਸਮਝਾਇਆ ਉਹਨਾਂ ਨੇ ਕਿ ਮੱਥੇ ਤੇ ਤਿਲਕ ਵੀ ਲਾਉਂਦਾ ਹੈ, ਹੱਥ 'ਚ ਮਾਲਾ ਵੀ ਫੜੀ ਹੈ, ਤੇ ਰੱਬ ਨੂੰ ਖਿਲਾਉਣਾ ਸਮਝਿਆ ਲੋਕਾਂ ਨੇ। ਬਾਣਾ ਵੀ ਹੈਗਾ ਗੋਰਖੀ ਸਾਹਿਬ, ਅਗਲਾ ਛੱਡਤਾ ਤੁਸੀਂ ਬਾਣਾ, ਮਾਥਾ ਤਿਲਕ ਹੱਥ ਮਾਲਾ ਬਾਣਾ ਵੀ ਪਾਇਆ ਹੋਇਆ। ਹਾਂ, ਤੇ ਲੋਕ ਨੇ ਰਾਮ ਖਿਲਾਉਣਾ ਜਾਣਨਾ, ਰਾਮ ਨੂੰ ਖਿਲਾਉਣਾ ਸਮਝਦੇ ਨੇ ਲੋਕ। ਖਿਲਾਉਣੇ ਦਾ ਮਤਲਬ ਪਤਾ ਹੀ ਹੈ ਨਾ ਆਪ ਜੀ ਨੂੰ। ਬਿਲਕੁਲ, ਖਿਲਾਉਣਾ ਕੈਜੂਅਲ, ਬਸ ਬਸ ਫਾਰਮੈਲਿਟੀ। ਹਾਂ, ਬਸ ਫਾਰਮੈਲਿਟੀ, ਪੂਰਾ ਬਾਹਰੋਂ ਮੇਕਅਪ ਪੂਰਾ ਵਾ। ਪਰ ਦੇਖੋ ਮੇਕਅਪ ਤੇ ਨਕਲੀ ਹੈ ਨਾ। ਬਿਲਕੁਲ ਨਕਲੀ ਹੈ ਜੀ, ਬਿਲਕੁਲ। ਹੁਣ ਔਰਤਾਂ ਬੁੱਲਾਂ ਤੇ ਲਾ ਲੈਂਦੀਆਂ ਨੇ ਲਿਪਸਟਿਕ, ਉੱਤੋਂ ਡੈਂਟਿੰਗ ਪੇਂਟਿੰਗ ਕਰਕੇ ਉਹ ਸਾਰੀ ਸਕਿਨ ਵੀ ਕਵਰ ਕਰ ਲੈਂਦੀਆਂ ਨੇ, ਬੇਸ਼ੱਕ ਸੋਹਣੀਆਂ ਲੱਗਦੀਆਂ ਨੇ, ਪਰ ਅੰਦਰ ਅਸਲੀਅਤ ਨਹੀਂ ਨਾ ਹੈਗੀ। ਉਹ ਉਹਦੇ ਲਾਲ ਬੁੱਲ ਕੀਤੇ, ਅੰਦਰੋਂ ਲਾਲ ਥੋੜੀ ਹੈਗੇ ਨਾ। ਹਾਂ, ਤੇ ਉਹ ਵੀ ਉਹੀ ਗੱਲ ਕਰਦੇ, ਮਾਥੇ ਤਿਲਕ ਹੱਥ ਮਾਲਾ, ਹੱਥ 'ਚ ਮਾਲਾ ਹੈ ਤੇ ਬਾਣਾ ਵੀ ਪਾਇਆ ਹੈ, ਤੇ ਲੋਕ ਨੇ ਰਾਮ ਖਿਲਾਉਣਾ ਜਾਣਾ। ਤੂੰ ਮੇਕਅਪ ਕਰਕੇ ਤੂੰ ਬੰਦਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪਰ ਪਰਮਾਤਮਾ ਨੂੰ ਨਹੀਂ। ਕਿ ਪਰਮਾਤਮਾ ਨੂੰ ਮੇਕਅਪ ਦੀ ਲੋੜ ਹੀ ਨਹੀਂ। ਬਿਲਕੁਲ, ਕਿਉਂਕਿ ਉਹ ਓਰੀਜਨਲ ਚਾਹੁੰਦਾ ਹੈ, ਔਰ ਓਰੀਜਨਲ ਭਗਤੀ ਤੋਂ ਬਿਨਾਂ ਪੈਦਾ ਨਹੀਂ ਹੋਣਾ। ਠੀਕ ਹੈ ਜੀ। ਤੇ ਇਹ ਚੀਜ਼ ਕਹਿੰਦੇ ਨੇ, ਸੱਚ ਤੋਂ ਅੱਗੇ ਆਚਾਰ ਨੇ, ਤੇ ਪਰ ਬਿਨ ਨਾਮ ਤੋਂ ਬਿਨਾਂ ਆਚਾਰ ਨਹੀਂ ਪੈਦਾ ਹੁੰਦੇ। ਨਾਮ ਚਾਹੀਦਾ ਹੈ, ਔਰ ਨਾਮ ਦੀ ਇੱਕ ਡਿਮਾਂਡ ਹੈ, ਉਹ ਜੀਵ ਨੂੰ ਨਿਜਰ ਖੁਦ ਕਰਨੀ ਪੈਣੀ ਹੈ। ਇਹਦੇ ਵਿੱਚ ਕੋਈ ਸੋਲੂਸ਼ਨ ਨਹੀਂਗਾ, ਦੂਜੀ ਰਹਿ ਨਹੀਂ ਹੈਗੀ। ਅੱਗੇ ਚਲੀ। ਬਿਲਕੁਲ ਸਹੀ ਆ। ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਬੇਚਾਰੇ। ਕਹਿੰਦੇ ਸੀਰੀਅਸ ਹੋ ਜਾ ਪਿਆਰਿਆ, ਸੀਰੀਅਸ ਹੋ ਜਾ। ਇਹ ਮਾਇਆ ਮਾਲਕ ਪਰਮਾਤਮਾ ਨੇ ਪਾਈ ਹੈ, ਇਹਦੇ ਵਾਸਤੇ ਪੂਰਾ ਕੰਸਨਟ੍ਰੇਸ਼ਨ ਚਾਹੀਦੀ ਹੈ ਤੇਰੀ, ਨਹੀਂ ਤਾਂ ਜਿਹੜੀ ਹੈਗੀ ਪਿਆਰ ਨਹੀਂ ਪੈਦਾ ਹੋਣਾ। ਇਹਨੇ ਮਾਇਆ ਨੇ ਤੈਨੂੰ ਜਿਹੜਾ ਹੈਗਾ ਸਿਰ ਹਿਲਾਉਣ ਨਹੀਂ ਦੇਣਾ। ਇਹਨੇ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਬੇਚਾਰੇ। ਕਹਿੰਦੇ ਭਗਤੀ ਵਾਲੇ ਰਸਤੇ ਦੇ ਉੱਤੇ ਵੀ ਜਿਹੜੇ ਹੈਗੇ ਧੋਖਾ ਖਾਈ ਜਾ ਰਹੇ ਆ। ਇਹ ਜਿਹੜੇ ਹੈਗੇ ਆ, ਜਿਹੜੇ ਹੈਗੇ ਲੋਕਾਂ ਨੂੰ ਰਾਮ ਖਿਲਾਉਣਾ ਜਾਣਾ, ਮਾਥੇ ਤਿਲਕ ਹੱਥ ਮਾਲਾ ਬਾਣਾ, ਕਹਿੰਦੇ ਉਹ ਭਗਤੀ ਦੇ ਰਸਤੇ ਦੇ ਉੱਤੇ ਵੀ ਜਿਹੜਾ ਹੈਗਾ ਕਰਮ ਕਾਂਡਾਂ ਦੇ ਵਿੱਚ ਪਏ ਹੋਏ। ਜਨ ਕਹਾਂ ਕਰੇ ਬੇਚਾਰੇ, ਕਹਿੰਦੇ ਕੀ ਕਰਨ ਜਨ। ਹੁਣ ਇਹ ਕਬੀਰ ਜੀ ਜਿਹੜੇ ਹੈਗੇ ਡਿਮਾਂਡ ਆ ਰਹੀ ਹੈ, ਕਬੀਰ ਜੀ ਦੇ ਅੰਦਰੋਂ ਪੁਕਾਰ ਉੱਠ ਰਹੀ ਹੈ। ਹਾਂਜੀ ਵੀਰ ਜੀ, ਆਪਾਂ ਨੂੰ ਦੱਸ ਰਹੇ ਵੀ ਇਸ ਤਰ੍ਹਾਂ ਪੁਕਾਰ ਕਰਨੀ ਹੈ, ਰਹਾਓ। ਹਾਂਜੀ, ਠੀਕ ਹੈ ਜੀ। ਫਿਰ ਅਗਲੀ ਤੋਂ ਆਪਾਂ ਨੂੰ ਸਮਝਾ ਰਹੇ ਨੇ, ਕਹਿੰਦੇ ਕਿੰਚਿਤ, ਰੱਤਾ ਭਰ ਵੀ, ਥੋੜਾ ਜਿਹਾ ਵੀ ਨਹੀਂ। ਬਿਲਕੁਲ, ਤੇਰੇ ਅੰਦਰ ਜਿਹੜਾ ਨਾ
ਅੰਦਰ ਉਹ ਪਿਆਸ ਨਹੀਂ ਪੈਦਾ ਹੋ ਰਹੀ, ਤੇਰਾ ਪਿਆਰ ਨਹੀਂ ਪੈਦਾ ਹੋ ਰਿਹਾ, ਰੱਤਾ ਭਰ ਵੀ ਨਹੀਂ ਕਹਿ ਰਹੇ ਉਹ ਕਹਿੰਦੇ। ਸਹੀ ਨੇ ਜਥਾ? ਬਿਲਕੁਲ। ਕਹਿੰਦੇ ਜਗ੍ਹਾ ਕਿੱਥੇ ਆ, ਮੈਂ ਕਿੱਥੇ ਪਾਵਾਂ ਪ੍ਰੀਤ ਨਾਮ ਦੀ ਚੀਜ਼ ਤੇਰੇ ਅੰਦਰ, ਕਿੱਥੇ ਪਾਵਾਂ? ਜਗ੍ਹਾ ਹੀ ਨਹੀਂ ਹੈ, ਤੂੰ ਖਾਲੀ, ਕੋਈ ਤੇਰੇ ਕੋਲ ਤਾਂ ਕੋਈ ਜਗ੍ਹਾ ਖਾਲੀ ਨਹੀਂ ਹੈ ਜਿੱਥੇ ਮੈਂ ਪ੍ਰੀਤ ਪਾ ਦਾਂ। ਹਾਂਜੀ ਵੀਰ ਜੀ। ਪ੍ਰੀਤ, ਪਰ ਉਹ ਪ੍ਰੀਤ ਪਤਾ ਕਿੱਥੇ ਪੈਣੀ? ਜੋ ਤੁਹਾਡੇ ਚਿੱਤ 'ਚ ਪੈਣੀ ਆ। ਹਾਂ, ਜਿੱਥੇ ਵਿਚਾਰ ਹੈਗੇ ਜੇ। ਰੱਤਾ ਭਰ ਜਗ੍ਹਾ ਜਦੋਂ ਮਿਲਦੀ ਨਾ, ਰਾਤ ਨੂੰ ਮਿਲਦੀ ਸੁਖਾਪਤੀ 'ਚ, ਜਦੋਂ ਤੁਸੀਂ ਗਹਿਰੀ ਸਲੀਪ 'ਚ ਜਾਂਦੇ ਜੋ, ਉਦੋਂ ਆਤਮਾ ਤੱਤ 'ਚ ਹੁੰਦੇ ਆ, ਪਰ ਉਦੋਂ ਸਾਨੂੰ ਪਤਾ ਨਹੀਂ ਹੁੰਦਾ। ਹਾਂ, ਉਦੋਂ ਵੀ ਅਸ਼ੀ 'ਚ ਆ। ਜਿਹੜਾ ਬੰਦਾ ਡੀਪ ਸਲੀਪ 'ਚ ਨਹੀਂ ਜਾਂਦਾ, ਫਿਰ ਸਾਧ ਸੰਗਤ ਜੀ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ, ਦੇਖੋ ਅੱਜ ਮੈਂ ਰਿਕਾਰਡਿੰਗ ਪਾਈ ਆ ਤੁਹਾਡੇ ਗਰੁੱਪ 'ਚ ਕੇਵਲ ਤੁਹਾਨੂੰ ਸਮਝਾਉਣ ਦੇ ਲਈ। ਤੁਹਾਡੀ ਜ਼ਿੰਦਗੀ ਦੇ ਜਿਹੜੇ ਕੰਮ ਹੈਗੇ 3 ਬਹੁਤ ਇੰਪੋਰਟੈਂਟ ਨੇ। ਇੱਕ ਤੇ ਸਭ ਤੋਂ ਪਹਿਲਾਂ ਤੇ ਮੈਂ ਕਹਿੰਦਾ ਤੁਸੀਂ ਆਪਣੇ ਸਿਹਤ ਦਾ ਧਿਆਨ ਰੱਖੋ, ਇਹਨੂੰ ਖਰਾਬ ਨਾ ਕਰ ਲਿਓ, ਠੀਕ ਹੈ? ਇਹਨੂੰ ਸਾਂਭਣ ਲਈ 2 ਚੀਜ਼ਾਂ ਹੋਰ ਚਾਹੀਦੀਆਂ ਨੇ। ਇੱਕ ਤੇ ਚਾਹੀਦੀ ਚੰਗੀ ਨੀਂਦ, ਇੱਕ ਚੰਗਾ ਖਾਣਾ, ਇੱਕ ਕਸਰਤ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਕਿਉਂਕਿ ਕਿਸੇ ਨੇ ਤੁਹਾਡੇ ਲਾਗੇ ਨਹੀਂ ਜੇ ਲੱਗਣਾ। ਇਹ ਗੱਲਾਂ ਹੀ ਗੱਲਾਂ ਵਾ। ਇਸ ਕਰਕੇ ਇਹਦੀ ਦੁਰਵਰਤੋਂ ਨਾ ਕਰਿਓ, ਇਹਨੂੰ ਬੜਾ ਹੀ ਬੰਦੇ ਦੇ ਪੁੱਤ ਨੂੰ ਇਸਤੇਮਾਲ ਕਰੋ। ਇਹ ਮਸ਼ੀਨ ਆ ਜਿੱਦਾਂ ਤੁਹਾਡੀ ਕਾਰ, ਇਹਨੂੰ ਥੋੜੇ ਜਿਹੇ ਸਹੀ ਤਰੀਕੇ ਨਾਲ ਚਲਾਵਾਂਗੇ ਤੇ ਕਿੰਨੇ ਕਿੰਨੇ ਸਾਲ ਕਾਰਾਂ ਚੱਲੀ ਜਾਂਦੀਆਂ ਨੇ। ਲੋਕੀ ਸਕ੍ਰੈਚ ਵੀ ਨਹੀਂ ਪੈਣ ਦਿੰਦੇ ਨੇ ਜੀ ਸਾਹਿਬ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਤੇ ਕਈ ਮੇਰੇ ਵਰਗੇ ਲਿਆਂਦੀ ਮਗਰੋਂ ਹੁੰਦੀ 15 ਦਿਨਾਂ 'ਚ ਝਰੀਟਾ ਝੁੜਾ ਮਾਰ ਕੇ ਬਹਿ ਜਾਂਦੇ ਨੇ। ਗੱਡੀ ਤੇ ਉਹਨਾਂ ਕੋਲ ਵੀ ਹੈਗੀ ਹੈ। ਇਸੇ ਹੀ ਤਰ੍ਹਾਂ ਕਈ ਬੰਦੇ ਸਰੀਰ ਦੀ ਵਰਤੋਂ ਕਰਦੇ ਆ ਤੇ ਕਈ ਦੁਰਵਰਤੋਂ ਕਰਦੇ ਆ। ਜਿਹੜਾ ਵੀ ਬੰਦਾ ਦੁਰਵਰਤੋਂ ਕਰੂਗਾ, ਚੀਜ਼ ਉਹਦੀ ਖਰਾਬ ਹੋਣੀ। ਕੁਦਰਤ ਨੇ ਸਾਨੂੰ ਪੂਰਾ ਕੰਟਰੋਲ ਦਿੱਤਾ। ਉਹ ਕਹਿੰਦਾ ਵੈਸੇ ਤੇ ਮੈਂ 70-80 ਸਾਲ 100 ਸਾਲ ਲਈ ਬਣਾਇਆ ਵਾ ਤੇਰਾ ਸਰੀਰ, ਤੇ ਬਾਕੀ ਖਰਾਬ ਕਰਨਾ ਤੇ 5-6 ਮਹੀਨਿਆਂ 'ਚ ਵੀ ਕਰ ਸਕਦਾ। ਸਭ ਤੋਂ ਖਤਰਨਾਕ ਕਹਿੰਦੇ ਲੀਵਰ ਆ, ਐਡਾ ਪਾਵਰਫੁਲ ਆ ਕਿ ਬੰਦਾ ਵੇਖ ਲਓ ਸ਼ਰਾਬ ਪੀ ਕੇ ਉਹਨੂੰ ਵੀ ਖਰਾਬ ਕਰਨੀ, ਜਿਹੜਾ ਆਪਣੇ ਆਪ ਨੂੰ ਰਿਪੇਅਰ ਕਰ ਲੇ, ਪਰ ਉਹ ਵੀ ਕਹਿੰਦੇ ਉਹਨੂੰ ਵੀ ਖਰਾਬ ਕਰ ਲੇ। ਸੋ ਇੱਥੇ ਕਹਿੰਦੇ ਰੱਤੀ ਭਰ ਵੀ ਤੇਰੇ ਅੰਦਰ ਜਗ੍ਹਾ ਨਹੀਂ ਹੈਗੀ, ਕਿਉਂਕਿ ਤੇਰੇ ਚਿੱਤ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਾਗ ਤੇ ਦਵੈਸ਼ ਦੇ ਇਹਨਾਂ ਸੱਤਾਂ ਦੇ ਵਿਚਾਰ ਚੱਲਦੇ ਨੇ। ਉੱਥੇ ਪ੍ਰਮਾਤਮਾ ਵਾਸਤੇ ਰੱਤੀ ਭਰ ਜਗ੍ਹਾ ਨਹੀਂ। ਤੂੰ ਥੋੜਾ ਖਾਲੀ ਕਰੇਂਗਾ ਤੇ ਉੱਥੇ ਪ੍ਰਮਾਤਮਾ ਟਿਕੇਗਾ। ਪਰ ਜਿੱਥੇ ਉੱਥੇ ਤੂੰ ਕਿਸੇ ਨੂੰ ਹੋਰ ਨੂੰ ਪਾਇਆ ਹੈ, ਤੇ ਪ੍ਰਮਾਤਮਾ ਕਿੱਥੇ ਪਵੇਗਾ? ਉੱਥੇ ਤੇ ਪ੍ਰਮਾਤਮਾ ਤੇ ਉਦੋਂ ਆਉਂਦਾ ਵਾ ਜਦੋਂ ਸਾਰਾ ਕੁਝ ਸ਼ਾਂਤ ਹੋ ਜਾਂਦਾ ਹੈ, ਤੂੰ ਸੌ ਜਾਂਦਾ ਹੈ, ਤੇਰਾ ਮਨ ਸੌ ਜਾਂਦਾ, ਤੇਰਾ ਚਿੱਤ ਸੌ ਜਾਂਦਾ, ਤੇਰੀ ਬੁੱਧੀ ਸੌ ਜਾਂਦੀ ਆ। ਉਦੋਂ ਜਾ ਕੇ ਪ੍ਰਮਾਤਮਾ ਪ੍ਰਗਟ ਹੁੰਦਾ। ਜਦੋਂ ਤੂੰ ਬੇਹੋਸ਼ ਹੁੰਦਾ, ਉਦਾਂ ਤੂੰ ਪ੍ਰਮਾਤਮਾ ਨੂੰ ਪ੍ਰਗਟ ਹੋਣ ਕਿੱਥੇ ਦੇਣਾ? ਤੂੰ ਤੇ ਪਤਾ ਨਹੀਂ ਕੀ ਕੋਈ ਭਰਿਆ ਅੰਦਰ। ਬਿਲਕੁਲ। ਹੁਣ ਇਹ ਦੇਖੋ, ਇੱਕ ਚੀਜ਼ ਨੂੰ ਆਪ ਅੰਡਰਸਟੈਂਡ ਕਰੋ ਪਲੀਜ਼ ਸਾਧ ਸੰਗਤ ਜੀ। ਆਪਾਂ ਆਪਣਾ ਚਿੱਤ ਦੇ ਅੰਦਰ ਕੀ ਨੇ? ਭਾਵਨਾ ਨੇ। ਭਾਵਨਾ ਮਤਲਬ ਦੇਖੋ ਵਿਚਾਰ ਕਹਿ ਲਓ, ਇੱਕ ਵਿਚਾਰ ਕਹਿ ਲਓ। ਮੈਂ ਇੱਕ ਚੀਜ਼ ਹੋਰ ਮੈਂ ਕਹਿੰਦਾ, ਦੇਖੋ ਇੱਕ ਸਾਧ ਸੰਗਤ ਜੀ ਛੋਟੀ ਜੀ ਗੱਲ ਆ, ਤੁਸੀਂ ਇਹਨੂੰ ਪਕੜ ਕਰਨਾ। ਗੱਡੀ ਮੇਰੀ ਆ, ਮੇਰੇ ਕੋਲ ਇੱਕ ਕਾਰ ਆ, ਮਨ ਜੀ ਤੇ ਗੱਡੀ ਮੇਰੇ ਕੰਟਰੋਲ 'ਚ ਆ ਨਾ ਤੇ ਗੱਡੀ ਬਹੁਤ ਵਧੀਆ। ਪਰ ਜੇ ਗੱਡੀ ਮੇਰੀ ਕੰਟਰੋਲ 'ਚ ਹੀ ਨਹੀਂ, ਉਹ 'ਚ ਬ੍ਰੇਕ ਹੀ ਨਹੀਂ ਹੈ, ਫਿਰ ਉਹ ਚੰਗੀ ਚੀਜ਼ ਹੈ? ਨਹੀਂ, ਉਹ ਨਹੀਂ ਵਧੀਆ ਚੀਜ਼, ਉਹ ਤੇ ਡੇਂਜਰ ਹੈ। ਸਾਡਾ ਚਿੱਤ ਜਿਹੜਾ ਨਾ, ਉਹ ਰਾਮਾਨੰਦ ਕਹਿੰਦੇ ਨਾ ਕਿ ਮੇਰਾ ਚਿੱਤ ਨਾ ਚੱਲੇ ਮਨ ਭਇਓ ਅਪੰਗ, ਮੇਰਾ ਚਿੱਤ ਨਹੀਂ ਚੱਲਦਾ। ਉਹਨਾਂ ਕਹਿੰਦੇ ਕਿ ਮੈਂ ਬ੍ਰੇਕ ਲਾਤੀ ਹੈ ਚਿੱਤ ਤੇ, ਹੁਣ ਨਹੀਂ ਚੱਲਦਾ ਕੰਟਰੋਲ। ਤੇ ਆਪਾਂ ਅੱਖਾਂ ਬੰਦ ਕਰੀਏ, ਕਿਤੇ ਕੰਟਰੋਲ ਹੁੰਦਾ, ਕਦੇ ਐਨੂੰ ਜਾਂਦਾ, ਕਦੇ ਐਨੂੰ ਜਾਂਦਾ, ਕਦੇ ਅੱਗੇ ਕਦੇ ਪਿੱਛੇ, ਇੰਨੀ ਦੂਰ ਤੁਰਿਆ ਫਿਰਦਾ ਅਵਾਰਾ ਮੱਝ ਵਾਂਗੂ, ਵਹਿੰਦਾ ਹੀ ਨਹੀਂ, ਸੁਣਦਾ ਹੀ ਨਹੀਂ। ਉਹ ਕਹਿੰਦੇ ਨਹੀਂ, ਹੁਣ ਨਹੀਂ, ਮੇਰਾ ਚਿੱਤ ਨਹੀਂ ਚੱਲਦਾ। ਹੁਣ ਇੱਥੇ ਆਪਾਂ ਬ੍ਰੇਕ ਪੈਦਾ ਕਰਨੀ ਆ। ਬ੍ਰੇਕ ਪੈਦਾ ਕਰਨ ਦੇ ਲਈ 2 ਤਰੀਕੇ ਹਨ। ਇੱਕ ਹੈ ਭਗਤੀ ਤੇ ਦੂਜਾ ਹੈ ਧਿਆਨ। ਧਿਆਨ ਦਾ ਮਤਲਬ ਹੀ ਇਹੋ ਹੀ ਆ ਕਿ ਬ੍ਰੇਕ ਲਾਉਣੀ, ਚਿੱਤ ਤੇ ਬ੍ਰੇਕ ਲਾਉਣੀ। ਉਹਦੇ ਲਈ ਆਪਾਂ ਸ਼ਬਦ ਦੀ ਵਰਤੋਂ ਕਰਦੇ ਹਾਂ, ਕਿਉਂਕਿ ਪ੍ਰਮਾਤਮਾ ਨੇ ਇੱਕ ਐਸੀ ਚੀਜ਼ ਦਿੱਤੀ ਹੈ, ਸਾਡੇ ਅੰਦਰ ਇੱਕ ਸ਼ਬਦ ਦਿੱਤਾ ਹੈ, ਸਾਨੂੰ ਸ਼ਕਤੀ ਦਿੱਤੀ ਆ। ਉਹ ਸ਼ਬਦ ਨੂੰ, ਪ੍ਰਮਾਤਮਾ ਨੂੰ, ਉਹਨੂੰ, ਉਹ ਜਿਹੜਾ ਨਾਮ ਆ, ਉਹਨੂੰ ਆਪਾਂ ਪ੍ਰਗਟ ਕਰਕੇ ਉਸ ਨੂੰ, ਬ੍ਰੇਕ ਨੂੰ ਐਕਟੀਵੇਟ ਕਰ ਸਕਦੇ। ਜਿੱਦਾਂ ਗੱਡੀ ਦੀ ਬ੍ਰੇਕ ਹੋਵੇ ਤੇ ਤੇਲ ਤੋਂ ਲੱਗ ਜਾਏ ਨਾ, ਤੇ ਆਪਾਂ ਜਿੰਨਾ ਮਰਜ਼ੀ ਪੈਡਲ ਨੱਪੀਏ, ਗੱਡੀ ਰੁਕਦੀ ਨਹੀਂ ਹੈ, ਉੱਥੇ ਹੰਡਾਈ ਜੀ ਆ ਗਈ। ਇਸੇ ਲਈ ਇਹ ਪ੍ਰਮਾਤਮਾ ਵੱਲੋਂ ਸਾਨੂੰ ਇੱਕ 99% ਜਿਹੜਾ, ਦੇਖੋ ਛੋਟੇ ਬੱਚਿਆਂ ਦਾ ਜਿੱਦਾਂ ਦਾ ਤੁਸੀਂ ਦਿਮਾਗ ਬਣਾਤਾ ਨਾ, ਕਿਉਂਕਿ ਚਿੱਤ ਨੇ ਪ੍ਰਗਟ ਹੋ ਜਾਣਾ। ਹੁਣ ਜੇ ਤੁਸੀਂ ਬੱਚਿਆਂ ਨੂੰ ਨਹੀਂ ਸੰਸਕਾਰ ਦਿੰਦੇ, ਨਹੀਂ ਅਕਲ ਦਿੰਦੇ,
ਬੱਚਿਆਂ ਨੇ ਅਕਲ ਗੱਲਾਂ ਨਾਲ ਨਹੀਂ ਲੈਣੀ, ਉਹਨਾਂ ਤੁਹਾਨੂੰ ਵੇਖ ਕੇ ਅਕਲ ਲੈਣੀ ਆ। ਜੇ ਮਾਂ ਦਾ ਕਰੈਕਟਰ ਸਹੀ ਨਹੀਂ ਆ ਤੇ ਧੀ ਦਾ ਕਰੈਕਟਰ ਵੀ ਨਹੀਂ ਸਹੀ ਹੋਵੇਗਾ। ਬਿਲਕੁਲ ਕਲੀਅਰ ਗੱਲ ਜੀ। ਜੇ ਪਿਓ ਦਾ ਕਰੈਕਟਰ ਸਹੀ ਨਹੀਂ ਆ, ਪਿਓ ਠੱਗੀਆਂ ਮਾਰਦਾ ਹੈ, ਚੋਰੀਆਂ ਕਰਦਾ ਹੈ, ਇੱਧਰ ਉੱਧਰ ਤੁਰਿਆ ਫਿਰਦਾ ਹੈ, ਤੇ ਬੱਚੇ ਵੀ ਉਹਦੇ ਵਰਗੇ ਨਿਕਲਣਗੇ। ਜੇ ਤੁਸੀਂ ਲੜਦੇ ਝਗੜਦੇ ਜੋ ਘਰੇ, ਇੱਕ ਦੂਜੇ ਨੂੰ ਚਪੇੜਾ ਮਾਰਦੇ ਜੋ, ਗਾਲਾਂ ਕੱਢਦੇ ਜੋ, ਇਹ ਆਪਾਂ ਮਨ ਚੋਂ ਵਰਕੇ ਪਾੜ ਦਈਏ ਕਿ ਸਾਡੇ ਬੱਚੇ ਜਿਹੜੇ ਆ ਉਹ ਬਿਲਕੁਲ ਹੀ ਰਾਜੇ ਨਜਰ ਸਾਹਿਬ ਰਾਜੇ ਹਰੀ ਚੰਦ ਦੇ ਬੱਚੇ ਬਣ ਗਏ। ਨਹੀਂ ਨਜਰ ਸਾਹਿਬ? ਬਿਲਕੁਲ ਸਹੀ ਹੈ ਜੀ। ਇਹ ਜਸਟ ਤੁਸੀਂ ਦੇਖਣਾ ਹੈ। ਜੇ ਤੁਸੀਂ ਕੁੜਕੁੜ ਕਰਦੇ ਰਹਿਣਾ ਤੇ ਬੱਚਿਆਂ ਨੇ ਵੀ ਤੁਹਾਨੂੰ ਕਾਪੀ ਕਰਨਾ। ਇਹਦੇ ਚ ਕੋਈ ਦੋ ਰਾਏ ਨਹੀਂ ਹੈਗੀ। ਜੋ ਤੁਸੀਂ ਕਰੋਗੇ ਤੁਹਾਡੇ ਬੱਚੇ ਉਸੇ ਹੀ ਦਾ ਰਿਜ਼ਲਟ ਨੇ। ਤੁਹਾਡੇ ਕੋਲ ਕਿੰਨੇ ਸਾਲ ਨੇ? 12 13 14 ਸਾਲ ਮਾਂ ਬਾਪ ਕੋ ਹੁੰਦੇ ਨੇ, ਔਰ ਮਾਂ ਦੀ ਜ਼ਿਆਦਾ ਜ਼ਿੰਮੇਵਾਰੀ ਹੈ। ਮਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ। ਹੁਣ ਜੇ ਤੁਸੀਂ 8 9 ਘੰਟੇ ਫੋਨ ਫੜਿਆ ਹੱਥ 'ਚ ਤੇ ਤੁਸੀਂ ਬੱਚੇ ਨੂੰ ਕਹੋ ਨਾ ਚਲਾ, ਉਹ ਮੰਨਦਾ ਤੁਹਾਡਾ ਕਹਿਣਾ? ਉਹ ਕਹਿੰਦਾ 8 9 ਘੰਟੇ ਤੇ ਤੂੰ ਨਹੀਂ ਛੱਡਣ ਦਿਆ, ਮੈਨੂੰ ਕਹਿੰਦਾ ਫੋਨ ਹੱਥ ਲਾ। ਹੈਂ, ਤੁਸੀਂ ਕਹਿੰਦੇ ਕਿ ਪੁੱਤ ਸ਼ਰਾਬ ਨਾ ਪੀਵੀਂ, ਉਹਨੂੰ ਕਹਾ ਪਾਪਾ ਸ਼ਾਮੀ ਤੇ ਰਾਤ ਤੂੰ ਬੋਤਲ ਰੋਜ਼ ਦੀ ਖੋਲਦਾ, ਤੂੰ ਮੈਨੂੰ ਕਹੀ ਜਾਂਦਾ ਨਾ ਪੀ। ਇਹ ਕਿਹੜਾ ਤਰੀਕਾ? ਸਹੀ ਹੈ? ਬਿਲਕੁਲ। ਆਪਾਂ ਜੋ ਕਰਦੇ ਆ ਕਿ ਰੀਅਲੀ ਆਪਾਂ ਐਕਸਪੈਕਟ ਕਰਦੇ ਆ ਕਿ ਸਾਡਾ ਬੱਚਾ ਉਹ ਕੰਮ ਨਾ ਕਰੇ ਜੋ ਮੈਂ ਕਰਦਾ। ਏਦਾਂ ਪੋਸੀਬਲ ਹੈਗਾ? ਜਸਟ ਸੋਚੋ, ਪੋਸੀਬਲ ਹੈਗਾ? ਨਹੀਂ, ਇਹ ਤਾਂ ਪੋਸੀਬਲ ਹੀ ਨਹੀਂ ਹੈਗਾ। ਆਪਾਂ ਜੋ ਕਰਾਂਗੇ, ਆਪਾਂ ਚਾਹੁੰਦੇ ਆ ਕਿ ਮੇਰੇ ਮਾਂ-ਬਾਪ, ਮੇਰੇ ਬੱਚੇ ਮੇਰੀ ਸੇਵਾ ਕਰਨ, ਮੈਨੂੰ ਇੱਕ ਮਾਣ ਸਨਮਾਨ ਦੇਣ, ਤੇ ਭਾਜੀ ਆਪਣੇ ਮਾਂ ਪਿਓ ਦੀ ਸੇਵਾ ਕਰੋ। ਇਹ ਮਨ ਚੋਂ ਵਰਕਾ ਪਾੜ ਦੋ, ਤੁਸੀਂ ਨਹੀਂ ਕੀਤੀ ਉਹ ਤੁਹਾਡੀ ਕਰਨਗੇ। ਇਹ ਕਿੱਥੋਂ ਹੋ ਸਕਦਾ? ਪੋਸੀਬਲ ਹੀ ਨਹੀਂ। ਅੱਛਾ ਸਾਹਿਬ, ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਹੈ। ਪਰ ਬੰਦਾ ਏਦਾਂ ਸੋਚਦਾ, ਉਹ ਕਹਿੰਦੇ ਮੇਰੇ ਬੱਚੇ ਹੈ, ਮੈਨੂੰ ਸਾਂਭਣਗੇ। ਪਤਾ ਤੇ ਉਦੋਂ ਲੱਗਦਾ ਉਹਦਾ ਮੰਜਾ ਚੁੱਕ ਕੇ ਬਾਹਰ ਮਾਰਦੇ ਨੇ ਉਹ, ਕਿਉਂਕਿ ਉਹ ਵੇਖਣਾ ਚਾਹੁੰਦੇ ਨੇ ਤੁਸੀਂ ਕਿੱਦਾਂ ਦਾ ਜੀਵਨ ਬਤੀਤ ਕਰਦੇ ਜੋ। ਪਿਓ ਕਹਿੰਦਾ ਕਿ ਬਾਹਰ ਕਹਿ ਦੋ ਅੰਕਲ ਨੂੰ ਕਿ ਮੈਂ ਘਰੇ ਨਹੀਂ ਹੈਗਾ। ਨਿੱਜਰ ਸਾਹਿਬ, ਤੁਸੀਂ ਝੂਠ ਮਾਰਿਆ। ਉਹ ਵੇਂਦਾ ਪਿਆ, ਉਹਨੇ ਸੁਣ ਲਿਆ ਆਪਾਂ ਤੇ ਘਰੇ ਬੈਠੇ ਅੰਕਲ ਨੂੰ ਕਹਿੰਦੇ ਕਿ ਘਰੇ ਨਹੀਂ ਹੈਗਾ। 2 4 ਵਾਰੀ, 10 ਵਾਰੀ, 20 ਵਾਰੀ, ਉਹ ਤਾਂ ਪਤਾ ਲੱਗ ਜਾਣਾ ਕਿ ਪਿਓ ਤੇ ਮੇਰਾ ਝੂਠ ਮਾਰਦਾ, ਝੂਠ ਬੋਲਦਾ। ਤੁਸੀਂ ਇੱਥੇ ਬੈਠੇ ਜੋ, ਮੋਬਾਇਲ ਦੇ ਵਿੱਚ ਹੀ ਗੱਲ ਕਰਦੇ ਜੋ, ਅਗਲਾ ਪੁੱਛਦਾ ਕਿੱਥੇ ਬੈਠੇ ਜੋ, ਤੁਸੀਂ ਕਹਿੰਦੇ ਹੋ ਜੋ ਮੈਂ ਦਫ਼ਤਰ ਬੈਠਾ। ਹੁਣ ਬੱਚਾ ਤੁਹਾਡੇ ਲਾਗੇ ਬੈਠਾ, ਉਹ ਕਹਿੰਦਾ ਬੈਠਾ ਤੇ ਪਿਓ ਘਰੇ ਆ, ਇਹ ਕਹਿੰਦਾ ਮੈਂ ਦਫ਼ਤਰੇ ਬੈਠਾ। ਕੀ ਐਕਸਪੈਕਟ ਕਰਦੇ ਆ ਆਪਾਂ? ਏਦਾਂ ਦੀਆਂ ਹਰਕਤਾਂ ਕਰਕੇ ਆਪਾਂ ਚੰਗੀ ਪਕੜ, ਚੰਗੀ ਛਾਪ ਦਿੰਦੇ। ਜਸਟ ਆਪਾਂ ਨੂੰ ਵਿਚਾਰ ਕਰਨ ਦੀ ਲੋੜ ਹੈ। ਅੱਜ ਦੇਖੋ ਪਤਾ ਕੀ ਪ੍ਰੋਬਲਮ ਹੈ ਲੋਕਾਂ 'ਚ। ਬੰਦਾ ਚਾਹੁੰਦਾ ਹੈ ਕਿ ਸਾਰੀ ਦੁਨੀਆ ਠੀਕ ਹੋ ਜਾਏ, ਬੜੇ ਚੰਗੇ ਲੋਕ ਹੋ ਜਾਣ, ਪਰ ਬੰਦਾ ਇਹ ਨਹੀਂ ਚਾਹੁੰਦਾ ਕਿ ਮੈਂ ਬਦਲ ਜਾਵਾਂ। ਬਸ ਇੱਥੇ ਹੀ ਪ੍ਰੋਬਲਮ ਹੈ। ਉਹ ਚਾਹੁੰਦਾ ਮੇਰੀ ਮਾਂ ਠੀਕ ਹੋ ਜਾ, ਮੇਰਾ ਪਿਓ, ਮੇਰੀ ਘਰ ਦੀ, ਮੇਰਾ ਘਰ ਦਾ, ਮੇਰੇ ਬੱਚੇ ਸਭ ਕੁਝ ਠੀਕ ਹੋ ਜਾਣ, ਪਰ ਮੈਂ ਤੇ ਸਹੁੰ ਖਾਧੀ ਆ ਕਿ ਮੈਂ ਠੀਕ ਹੋ ਜਾ। 98% ਲੋਕ ਆਪਣਾ ਜੀਵਨ ਇੱਕ ਮਸ਼ੀਨ ਦੇ ਵਾਂਗੂ ਬਤੀਤ ਕਰਦੇ ਨੇ। ਚਿੱਤ 'ਚ ਜਿਹੜੀਆਂ ਲੀਕਾਂ ਪਈਆਂ ਉਦਾਂ ਹੀ ਜੀਵਨ ਚੱਲਦਾ ਹੈ। ਕੋਈ ਨਹੀਂ ਬੰਦਾ ਬਦਲਣਾ ਚਾਹੁੰਦਾ। ਇਹ ਚਾਹੁੰਦਾ ਵਾ ਕਿ ਮੈਨੂੰ ਛਾਂ ਮਿਲੇ, ਪਰ ਇਹ ਨਹੀਂ ਚਾਹੁੰਦਾ ਕਿ ਮੈਂ ਰੁੱਖ ਲਾਵਾਂ। ਛਾਂ ਕਿੱਥੋਂ ਆਊਗੀ? ਇਹ ਚਾਹੁੰਦਾ ਵਾ ਮੈਨੂੰ ਆਕਸੀਜਨ ਮਿਲੇ। ਆਪਾਂ ਸਾਰੇ ਇੱਥੇ ਬੈਠੇ ਆ, ਆਪਾਂ ਇੰਨੀ ਆਕਸੀਜਨ ਪੀ ਰਹੇ ਆ ਕਿ ਆਪਾਂ ਰੁੱਖ ਲਾਇਆ ਕੋਈ ਆਪਣੇ ਹੱਥੀਂ? ਆਪਾਂ ਜਸਟ ਸੋਚੋ। ਆਪਾਂ ਚਾਹੁੰਦੇ ਆ ਤਾਜ਼ੀਆਂ ਹਵਾਵਾਂ ਸਾਡੇ ਘਰ ਆਉਣ, ਸਾਡੇ ਘਰ ਇੱਕਦਮ ਖੂਬਸੂਰਤ ਹਵਾਵਾਂ, ਸਾਡਾ ਇਨਵਾਇਰਮੈਂਟਲ ਹੋਵੇ, ਪਰ ਕੀ ਆਪਾਂ ਉਹ ਪਲਾਂਟ ਲਾਇਆ, ਕੋਈ ਰੁੱਖ ਲਾਇਆ? ਆਪਾਂ ਉਹ ਧਰਤੀ ਦੀ ਮਾਤਾ ਦਾ ਜਿਹੜਾ ਸਾਡੇ ਤੇ ਕਰਜ਼ਾ ਹੈਗਾ ਉਹਨੂੰ ਉਤਾਰਿਆ? ਇਹ ਜਸਟ ਦੇਖਣ ਵਾਲੀ ਗੱਲ ਹੈ, ਵਿਚਾਰ ਕਰਨ ਵਾਲੀ ਗੱਲ ਹੈ। ਜਿਹੜਾ ਉਹ ਮਾਤਾ ਕਹਿੰਦੀ ਸੀ ਉੱਥੇ ਸਾਡੇ, ਉਹ ਮੇਰੀ ਭੂਆ ਦੇ, ਉਹਨੇ ਉਹ ਅਮਰੂਦ ਦਾ ਰੁੱਖ ਵੱਢ ਦਿੱਤਾ। ਨੇਜਰ ਸਾਹਿਬ ਕਹਿੰਦੇ ਸਾਰੇ ਘਰ ਦੇ ਚਲ ਗਏ, ਉਹ ਮਾਈ ਉੱਥੇ ਬੈਠੀ ਜੇ ਜਿਹਨੇ ਰੁੱਖ ਵੱਢਿਆ। ਆਪ ਜਸਟ ਸੋਚੋ, ਅਮਰੂਦ ਦਾ ਰੁੱਖ ਵੱਢਤਾ ਉਹਨੇ, ਉਹਦੇ ਸਾਰੇ ਬੱਚੇ ਚਲ ਗਏ, ਸਾਰੇ, ਪਰ ਉਹ ਉੱਥੇ ਬੈਠੀ ਜਾ ਹੀ ਨਹੀਂ ਸਕੀ। ਇਹ ਤਾਂ ਉਹਨੇ ਪਾਪ ਕਿਹੜਾ ਕੀਤਾ? ਅਮਰੂਦ ਵੱਢਿਆ ਕੀਤਾ, ਉਹਦਾ ਸ਼ਰਾਬ ਨਾਲ ਲੱਗ ਗਿਆ ਹੋਵੇ ਨੂੰ।
ਉੱਥੇ ਬੈਠੀ ਪਿੰਡ 'ਚ ਇਕੱਲੀ। ਸੋਚੋ, ਕੁਛ ਤੇ ਆਪਾਂ ਕਰਦੇ ਆ, ਫਿਰ ਉਹ ਪ੍ਰਕਿਰਤੀ ਜਿਹੜੀ ਉਹਨੂੰ ਰਿਜ਼ਲਟ ਦਿੰਦੀ ਆ। ਮੈਂ ਡਰਾਉਂਦਾ ਨਹੀਂ ਪਿਆ, ਪਰ ਸੱਚ ਹੈਗਾ ਹੈ, ਇਹ ਬਿਲਕੁਲ ਸੱਚ ਹੈ। ਇਹਨੂੰ ਵੇਖਣ ਦੀ ਲੋੜ ਆ, ਵਿਚਾਰ ਕਰਨ ਦੀ ਲੋੜ ਆ। ਹੁਣ ਜਿਹੜਾ ਚਿੱਤ ਆ, ਚਿੱਤ 'ਚ ਦੇਖੋ ਪਤਾ ਕੀ ਹੁੰਦਾ, ਚਿੱਤ ਦੇ ਅੰਦਰ ਸਾਡੇ ਨਾਲ ਸੰਸਕਾਰ ਬੈਠੇ ਨੇ, ਸੰਸਕਾਰਾਂ ਦੇ ਉੱਤੇ ਚਿੱਤ ਦਾ ਨਿਰਮਾਣ ਹੁੰਦਾ। ਹੁਣ ਇੱਥੇ ਮੈਂ ਬੈਠਾ, ਨਿੱਜਰ ਸਾਹਿਬ ਨੇ ਥੋੜਾ ਜਿਹਾ ਮੈਨੂੰ ਅਪਸ਼ਬਦ ਬੋਲ ਕੇ ਮੇਰੇ ਚਿੱਤ 'ਚ ਹਲਚਲ ਹੋ ਗਈ, ਉੱਥੇ ਮੇਰੀ ਫੀਲਿੰਗ ਪੈਦਾ ਹੋਈ। ਫੀਲਿੰਗ ਨੇ ਕੀ ਕਰਨਾ ਹੈ, ਵਿਚਾਰਾਂ ਦੇ ਰੂਪ 'ਚ ਪ੍ਰਗਟ ਹੋਣਾ। ਮੈਂ ਕਹਿ ਦੇਣਾ ਕਿ ਨਿੱਜਰ ਸਾਹਿਬ ਬਾਰ-ਬਾਰ ਮੇਰੀ ਬੇਇੱਜ਼ਤੀ ਕਰਦੇ। ਮੈਂ ਨਹੀਂ ਸੋਚਣਾ ਕਿ ਉਹ ਖੋਤੇ ਨੂੰ ਘਿਓ ਪਿਆ ਦਿੱਤਾ ਹੈ, ਕੋਈ ਭਲੇ ਦੀ ਗੱਲ ਕਹੀ ਆ, ਪਰ ਮੈਂ ਉਲਟਾ ਹੀ ਮੀਨਿੰਗ ਕੱਢਣਾ। ਮੇਰੇ ਕੰਨ ਮਰੋੜੀ ਜਾ ਰਹੇ ਨੇ। ਹੁਣ ਇੱਥੇ ਵੇਖੋ, ਚਿੱਤ 'ਚ ਕੋਈ ਚੀਜ਼ ਆਈ, ਚਿੱਤ ਦੇ ਵਿੱਚ ਜਦੋਂ ਚੀਜ਼ ਪ੍ਰਗਟ ਹੋਈ, ਉਹਨੇ ਵਿਚਾਰਾਂ ਦਾ ਰੂਪ ਧਾਰਨਾ ਹੈ। ਹੁਣ ਉਹਨੇ ਚਾਰਜ ਹੋਣਾ ਜੀ, ਜਿੱਦਾਂ ਮੋਬਾਈਲ ਦਾ ਚਾਰਜ। ਮੋਬਾਈਲ ਦੇਖੀਏ, ਮੋਬਾਈਲ ਦੀ ਥੋੜੀ ਜਿਹੀ ਬੈਟਰੀ ਹੋਵੇ ਨਾ, ਤੇ ਉਹਨੇ ਥੋੜੀ ਜਿਹੀ ਫੂਕ ਕੇ ਬੰਦ ਹੋ ਜਾਣਾ। ਪਰ ਜੇਕਰ ਤੁਸੀਂ ਉਹਨੂੰ 2-2.5 ਘੰਟੇ ਲਾਤਾ ਨਾ ਚਾਰਜਿੰਗ ਤੇ, ਉਹ ਛੇਤੀ ਡਾਊਨ ਨਹੀਂ ਹੋਣੀ, ਬੈਟਰੀ ਚਾਰਜ ਹੋ ਚੁੱਕੀ ਹੈ। ਔਰ ਇਸੇ ਤਰ੍ਹਾਂ ਚਿੱਤ ਦੇ ਵਿੱਚ ਜਦੋਂ ਕੋਈ ਵੀ ਫੀਲਿੰਗ ਪੈਦਾ ਹੁੰਦੀ ਆ, ਅਸੀਂ ਉਹਨੂੰ ਚਾਰਜ ਕਰ ਦਿੰਦੇ ਆ ਬੈਟਰੀ ਦੇ ਵਾਂਗੂ, ਹੋਰ ਗੱਲਾਂ ਜੋੜ ਕੇ, ਹੋਰ ਵਿਚਾਰ ਜੋੜ ਕੇ। ਉਹ ਨਿੱਜਰ ਸਾਹਿਬ ਫਿਰ ਕਾਫੀ ਪਾਵਰਫੁਲ ਚੀਜ਼ ਹੋ ਜਾਂਦੀ ਹੈ। ਔਰ ਫਿਰ ਜਦੋਂ ਪਾਵਰਫੁਲ ਹੋ ਜਾਂਦੀ ਹੈ, ਤੇ ਫਿਰ ਅਸੀਂ ਤੇ ਚਾਰਜ ਕੀਤਾ, ਉਹਦਾ ਰਿਜ਼ਲਟ ਵਧੀਆ ਨਹੀਂ ਹੈ। ਫਿਰ ਸਾਡੇ ਭੈਣ ਭਰਾ ਨੇ, ਜਾਂ ਸਾਡਾ ਹਸਬੈਂਡ ਵਾਈਫ ਜਾਂ ਬੱਚੇ, ਆਪਾਂ ਉਹ ਰਿਲੇਸ਼ਨ ਨੂੰ ਡਿਸਟਰਬ ਕਰ। ਤੋ ਕੋਸ਼ਿਸ਼ ਕਰਿਆ ਕਰੋ, ਜਦੋਂ ਵੀ ਚਿੱਤ ਦੇ ਵਿੱਚ ਤੁਹਾਡੇ 'ਚ ਕੋਈ ਚੀਜ਼ ਪ੍ਰਗਟ ਹੋ ਜੇ, 2-4 ਮਿੰਟ 10 ਮਿੰਟ, ਇਹ ਕਹਿੰਦੇ, ਵੈਸੇ ਪੰਜਾਬੀ 'ਚ ਕਹਾਵਤ ਹੈਗੀ ਆ, ਕਹਿੰਦੇ ਜੇ ਗੁੱਸਾ ਆ ਗਿਆ ਨਾ ਤੁਹਾਨੂੰ, ਜੇ ਤੁਸੀਂ ਖਲੋਤੇ ਜੇ ਤੇ ਬਹਿ ਜਾਓ, ਤੇ ਜੇ ਤੁਸੀਂ ਬੈਠੇ ਜੇ ਤੇ ਖਲੋ ਜਾਓ। ਇੱਕ ਕੰਮ ਕਰੋ, ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਹੈ? ਗੁੱਸਾ ਆ ਗਿਆ, ਤੁਸੀਂ ਖਲੋਤੇ ਜੋ ਤੇ ਬਹਿ ਜਾਓ, ਜੇ ਤੁਸੀਂ ਬੈਠੇ ਤੇ ਉੱਠ ਜਾਓ। ਇਹ 2 ਕੰਮ ਕਰਨੇ ਆ। ਇਹ 2 ਕੰਮ ਕਰੋਗੇ ਤੇ ਇਹਦਾ ਮਤਲਬ ਕਿ ਸਭ ਤੋਂ ਪਹਿਲਾ ਸਟੈਪ ਹੈ ਕਿ ਮੈਨੂੰ ਪਤਾ ਲੱਗ ਗਿਆ ਗੁੱਸਾ ਆ ਗਿਆ, ਤੇ ਹੁਣ ਮੇਰਾ ਸਟੈਪ ਕੀ ਆ? ਮੈਂ ਆਪਣੇ ਆਪ ਨੂੰ ਬਚਾਉਣਾ ਹੈ। ਘਰ ਨੂੰ ਮੇਰੇ ਨੂੰ ਅੱਗ ਆ ਰਹੀ ਹੈ, ਮੈਂ ਕੀ ਕਰਨਾ ਹੈ? ਮੈਂ ਸਭ ਤੋਂ ਪਹਿਲਾਂ ਤੇ ਅੱਗ ਦੇ ਵਿੱਚ ਕੋਈ ਐਸੀ ਲੱਕੜ ਨਹੀਂ ਪਾਉਣੀ, ਕੋਈ ਤੇਲ ਨਹੀਂ ਪਾਉਣਾ, ਮੈਂ ਨਹੀਂ ਪਾਉਣਾ। ਅਗਲਾ ਤੇ ਆ ਗਿਆ, ਸਿੱਧਾ ਹੁੰਦਿਆ ਨਿੱਜਰ ਸਾਹਿਬ, ਬਿਲਕੁਲ। ਅਗਲਾ ਤੇ ਆ ਗਿਆ, ਉਹ ਤੇ ਹੱਥ 'ਚ ਨੇ ਮਿਸਾਲ ਫੜੀ ਹੋਈ ਆ। ਉਹ ਕਹਿੰਦਾ ਥੋੜਾ ਤੇਲ ਦੇ ਦੇ, ਲੈ ਮੈਂ ਅੱਗ ਲਾ ਦਾਂ ਤੇਰੇ ਘਰ ਨੂੰ। ਬਿਲਕੁਲ। ਪਰ ਇੱਕ ਗੱਲ ਯਾਦ ਰੱਖਿਓ, ਉਹ ਜਿੰਨਾ ਮਰਜੀ ਉਹਦੇ ਲਾਗੇ ਤੁਰਿਆ ਫਿਰੇ, ਉਹ ਤੁਹਾਡਾ ਕੀ ਕਹਿੰਦੇ ਉਹਨੂੰ, ਸਟੋਵ ਜਿਹੜਾ ਹੁੰਦਾ ਨਾ, ਜਿੱਥੋਂ ਗੈਸ ਦਾ ਚੁੱਲ੍ਹੇ ਹੁੰਦੇ ਆ, ਸੋਚੋ ਤੁਹਾਡੇ ਹੱਥ 'ਚ। ਬਿਲਕੁਲ। ਉਹ ਜਿੰਨੇ ਮਰਜੀ ਲਾਈਟਰ ਮਾਰੇ, ਜਿੰਨੀ ਮਰਜ਼ੀਆਂ ਟੀਲੀਆਂ ਬਾਲਣ ਦੀ ਕੋਸ਼ਿਸ਼ ਕਰੇ, ਪਰ ਮਾਂ ਦੇ ਪੁੱਤੋ ਉਹ ਸੁੱਚ ਨਾ ਮਰੋੜ ਦਿਓ। ਸੁੱਚ ਮਰੋੜਿਆ ਤੇ ਫਾਇਰ ਹੋ ਜਾਣੀ। ਹੁਣ ਇਹਦੇ ਵੇਖੋ, ਲੜਾਈ ਘਰ 'ਚ ਹੋਈ, ਮੰਨਦਾ ਲੜਾਈ 'ਚ 99% ਦੂਜੇ ਬੰਦੇ ਦਾ ਕਸੂਰ ਆ, ਪਰ ਤੀਲੀ ਲਾਉਣ ਦਾ ਕੰਮ ਆਪਾਂ ਵੀ ਕਰਦੇ ਹਾਂ ਉੱਥੇ। ਇਹ ਸੱਚ ਹੈ ਨਿੱਜਰ ਸਾਹਿਬ ਕਿ ਨਹੀਂ? ਬਿਲਕੁਲ ਠੀਕ ਹੈ ਜੀ। ਆਪਾਂ ਲਾਉਂਦੇ ਤੀਲੀ, ਉਹਦੇ 'ਚ ਇੱਕ ਚੰਗਿਆੜਾ ਤੇ ਅਸੀਂ ਵੀ ਪਾਉਂਦੇ ਹਾਂ, ਪਰ ਜਦੋਂ ਪਾਤਾ ਤੇ ਗੈਸ ਦਾ ਉਹੀ ਸਟੋਵ ਦਾ ਸੁੱਚ ਘੁਮਾਉਣ ਵਾਲਾ ਕੰਮ ਜੇ ਤੁਸੀਂ ਘੁਮਾਤਾ ਤੇ ਨਾਲ ਹੀ ਭਮਾਕਾ ਪੈ ਜਾਣਾ। ਬਿਲਕੁਲ। ਹਾਂ, ਤੇ ਕੋਸ਼ਿਸ਼ ਕਰਿਆ ਕਿ ਉਹ ਅਗਲਾ ਲਾਈਟਰ ਚਲਾਉਣ ਦਿਆ, ਪਤਾ ਲੱਗ ਗਿਆ ਅਗਲਾ ਤੇ ਲਾਈ ਸਿੱਧਾ ਹੁੰਦਿਆ। ਉਸ ਟਾਈਮ ਤੇ ਕਹਿੰਦੇ ਆ ਕਿ ਸਿਆਣੇ ਇੱਕ ਕਾਰੀਗਰ ਵਾਂਗੂ, ਇੱਕ ਸਿਆਣੇ ਬੰਦੇ ਵਾਂਗੂ ਉਸ ਹਾਲਾਤ ਨੂੰ ਵੇਖਣਾ ਹੈ, ਤੇ ਉਹ ਜਿਹੜਾ ਬੁਰਾ ਟਾਈਮ ਆਇਆ ਉਹਨੂੰ ਕੱਢ ਲਓ। ਬਸ ਉਦੋਂ ਨਾ ਉਹਦੇ ਨਾਲ ਗੱਲ ਕਰੋ, ਅਗਲੇ ਦਿਨ ਗੱਲ ਕਰ ਲਓ, ਘੰਟਾ 1.5 2 ਘੰਟੇ ਬਾਅਦ ਗੱਲ ਕਰਿਓ। ਪਰ ਹੁਣ ਜਿਹੜਾ ਟਾਈਮ ਆ, ਇਹ ਟਾਈਮ ਕੋਈ ਸਹੀ ਨਹੀਂ ਉਹਦੇ ਨਾਲ ਗੱਲ ਕਰ, ਕਿਉਂਕਿ ਉਹਨੇ ਤੁਹਾਡੀ ਗੱਲ ਸੁਣਨੀ ਨਹੀਂ। ਕਿਉਂਕਿ ਉਹ ਬੰਦਾ ਹੋਸ਼ 'ਚ ਨਹੀਂ ਹੈਗਾ, ਬੇਹੋਸ਼ ਹੋ ਗਿਆ। ਜਿਹਨੂੰ ਗੁੱਸਾ ਚੜ ਗਿਆ ਉਹ ਬੰਦਾ ਹੋਸ਼ 'ਚ ਨਹੀਂ ਜੇ। ਜਿਹੜਾ ਬੰਦੇ ਨੂੰ ਗੁੱਸਾ ਚੜ ਗਿਆ ਉਹ ਬੰਦਾ ਬਿਲਕੁਲ ਹੀ ਹੋਸ਼ 'ਚ ਨਹੀਂ ਹੈਗਾ। ਜੇ ਤੁਸੀਂ ਭਾਵੇਂ ਸੱਚੇ ਵੀ ਹੋਏ ਤਾਂ ਵੀ ਉਹਨੇ ਤੁਹਾਡੀ ਗੱਲ ਮੰਨਣੀ ਨਹੀਂ। ਕੀ ਸਮਝਾਓਗੇ? ਕਿਉਂਕਿ ਉਹਦੀ ਜਿਹੜੀ ਬੁੱਧੀ ਆ ਉਹਨੇ ਬਲੌਕ ਕਰਤੀ ਆ। ਮਨ ਪ੍ਰਗਟ ਹੋ ਚੁੱਕਿਆ, ਮਨ ਬੜਾ ਪਾਵਰਫੁਲ ਆ। ਉਹਨੇ ਕੀ ਕਰਨਾ ਹੈ? ਮੇਰੀ ਨੌਕਰੀ ਵੀ ਹੋਈ ਨਾ ਤੇ ਮੈਂ ਆਪਣੀ ਨੌਕਰੀ ਵੀ ਨਸ਼ਟ ਕਰ ਲੈਣੀ, ਕਿਉਂਕਿ ਮੈਨੂੰ ਨੌਕਰੀ ਦੀ ਲੋੜ ਨਹੀਂ ਆ। ਅੰਦਰੋਂ ਤੇ ਐਨਰਜੀ ਆ ਗਈ ਬਹੁਤ ਹਾਈ ਲੈਵਲ ਦੀ, ਨਾਭੀ ਚੱਕਰ ਤੋਂ ਚੁੱਕਦਾ ਗੁੱਸਾ ਐਨਰਜੀ। ਇਸ ਕਰਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਬੜੇ ਇਹ ਕੀ ਕਹਿੰਦੇ ਨੇ, ਇਹ ਦਾਨਵ ਹੈਗੇ ਆ, ਸ਼ੈਤਾਨ। ਸਭ ਤੋਂ ਪਹਿਲਾਂ ਤੁਹਾਡੀ ਬੁੱਧੀ ਨੂੰ ਬਲੌਕ ਕਰਦੇ ਆ, ਤੁਹਾਡੀ ਸੋਚਣ ਦੀ ਸ਼ਕਤੀ ਨੂੰ, ਤੁਹਾਡੇ ਵਿਚਾਰ ਕਰਨ ਦੀ ਸ਼ਕਤੀ ਨੂੰ।
ਉਹ ਤੁਹਾਨੂੰ ਦੂਰ ਤੱਕ ਨਹੀਂ ਵੇਖਣ ਦਿੰਦੇ। ਉਹ ਕਹਿੰਦੇ ਕਿ ਫੁੱਟ ਤੱਕ ਵੇਖ, ਅੱਧਾ ਫੁੱਟ, ਇਸ ਤੋਂ ਵੱਧ ਨਹੀਂ ਵੇਖਣਾ। ਹੁਣ ਤੁਸੀਂ ਅੱਧਾ ਫੁੱਟ ਵੇਖ ਕੇ ਕਿੱਥੋਂ ਗੱਡੀ ਚਲਾਓਗੇ ਦੱਸੋ ਮੈਨੂੰ ਨਿੱਜਰ ਸਾਹਿਬ? ਬਿਲਕੁਲ। ਉਹ ਕਹਿੰਦਾ ਏਦਾਂ ਨਾ ਸੋਚ ਤੂੰ। ਤੁਸੀਂ ਉਹ ਨਹੀਂ ਕਹਿੰਦਾ ਕਿ ਬਿਲਡਿੰਗ 10 12 20 25 ਬਿਲਡਿੰਗ ਦੀ ਮੰਜ਼ਿਲਾਂ ਦੀ ਬਿਲਡਿੰਗ ਬਣਾਉਣੀ ਆ। ਉਹ ਕਹਿੰਦਾ ਨਹੀਂ ਨਹੀਂ ਇੰਨਾ ਨਹੀਂ ਸੋਚਣਾ, ਤੂੰ ਕੱਲੀ ਇੱਟ ਬਾਰੇ ਸੋਚ ਕੇ ਇੱਟ ਇੱਥੇ ਲੱਗਣੀ। ਤੁਹਾਡੀ ਸੋਚ ਵਿਚਾਰ ਨੂੰ ਖਤਮ ਕਰ ਦਿੰਦੇ ਨੇ। ਮਾਰੇ ਨੇ, ਬਹੁਤ ਮਾੜੇ ਚੋਰ ਹੈਗੇ ਨੇ, ਮੂਸੇ ਕਹਿ ਗਏ ਇਹਨਾਂ ਨੂੰ। ਸੋ ਇੱਥੇ ਆਪਾਂ ਇਹ ਸਮਝੀਏ, ਚਿੱਤ 'ਚ ਕੋਈ ਵੀ ਚੀਜ਼ ਪੈਦਾ ਹੁੰਦੀ ਆ, 1% ਤੁਹਾਡੇ ਹੱਥ 'ਚ ਕੰਟਰੋਲ ਜੇ ਚਿੱਤ ਦੇ ਵਿੱਚ ਤੁਹਾਡਾ ਥੋੜਾ ਵੀ ਕੰਟਰੋਲ ਆ, ਧਿਆਨ ਸਿਮਰਨ ਕੀਤਾ ਹੈ, ਉਹ ਜਿਹੜੀ ਗੱਡੀ ਆ ਉਹਦੀ ਬ੍ਰੇਕ ਤੁਸੀਂ ਲਾ ਸਕਦੇ। ਇੱਕ ਦੋ ਵਾਰੀ ਤੁਸੀਂ ਲਾਈ ਤੇ ਤੁਹਾਡੇ ਅੰਦਰ ਫਿਰ ਪਤਾ ਕੀ ਪੈਦਾ ਹੋਣਾ ਵਾ? ਉਹਨੂੰ ਆਤਮਾ ਸ਼ਕਤੀ ਕਹਿੰਦੇ ਆ। ਤੁਸੀਂ ਇੱਕ ਵਾਰੀ ਬੰਦੇ ਨੇ ਅਟੈਕ ਕੀਤਾ ਤੁਹਾਡੇ ਤੇ, ਅੱਗ ਦੇ ਗੋਲੇ ਸੁੱਟਣ ਦਿਆ ਕੋਈ, ਤੇ ਤੁਸੀਂ ਸ਼ਾਂਤ ਹੋ ਕੇ ਨੂੰ ਛਕ ਜਾਓਗੇ। ਵੇਖੋ ਨਜ਼ਾਰਾ। ਤੁਸੀਂ 2-4 ਵਾਰੀ ਖਾਧਾ ਨਾ ਤਾਂ ਤੁਹਾਡੇ ਅੰਦਰ ਸਵੈ ਸ਼ਕਤੀ ਪੈਦਾ ਹੋਣੀ ਆ, ਆਤਮਾ ਪ੍ਰਗਟ ਹੋ ਜਾਏਗੀ। ਬਹੁਤ ਪਾਵਰਫੁਲ ਹੈ ਕਿਉਂਕਿ ਉਹਨੂੰ ਪ੍ਰਗਟ ਹੀ ਹੋਣ ਨਹੀਂ ਦਿੰਦੇ। ਉਹ ਤੇ ਕਹਿੰਦੇ ਨੇ ਆ ਵੇਖੋ ਤੇ ਤੁਕ ਚ ਉੱਤੇ ਵੇਖੋ, ਉਤਲੀ ਤੁਕ ਚ ਲਿਖਿਆ ਕਹਿੰਦੇ ਕਿ ਇਨ ਮਾਇਆ ਕਿੰਚਿਤ ਹਾਂ ਕਿੰਚਿਤ ਥੋੜੀ ਵੀ ਜਗ੍ਹਾ ਨਹੀਂ ਹੈਗੀ ਪਰ ਹਾਂ ਨਾ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾਂ ਕਰੇ ਬੇਚਾਰੇ। ਹਾਂ, ਤੇ ਜਦੋਂ ਤੇਰੇ ਅੰਦਰ ਥੋੜੀ ਜਿਹੀ ਪ੍ਰੀਤ ਪ੍ਰਗਟ ਹੋ ਗਈ, ਥੋੜੀ ਵੀ ਜਗ੍ਹਾ ਤੂੰ ਬਣਾਈ, ਤੇ ਉਹ ਤੇਰਾ ਜੀਵਨ ਬਦਲ ਜਾਏਗਾ। ਇਹ ਗੱਲ ਯਾਦ ਰੱਖਣੀ। ਔਰ ਗੱਲਾਂ ਸੁਣ ਕੇ ਨਾ ਕੱਢ ਦਿਆ ਕਰੋ, ਇਹਨਾਂ ਨੂੰ ਪ੍ਰੈਕਟੀਕਲੀ ਕਰਨਾ ਪੈਣਾ ਹੈ ਕਿਉਂਕਿ ਸੁਣਨ ਸਾਨ ਦਾ ਵਿਸ਼ਾ ਨਹੀਂ ਹੈਗਾ। ਪੜ ਗੱਡੇ ਲੱਦੀ। ਉਹ ਕਹਿੰਦੇ ਪੜ ਕੇ ਬਥੇਰੇ ਗੱਡੇ ਲੱਦੇ ਆ, ਜਦ ਕੋਈ ਇੰਪਲੀਮੈਂਟ ਨਹੀਂ ਕਰੇਗਾ। ਮੈਂ ਇੱਥੇ ਦਵਾਈਆਂ ਦੀ ਜਾਣਾ, ਉੱਥੇ ਦਵਾਈ ਲੈ ਆਉਣਾ, ਖਰੀਦ ਵੀ ਲਿਆਉਣਾ, ਲੈ ਕੇ ਘਰੇ ਵੀ ਰੱਖੀ ਹੈ, ਡਾਕਟਰ ਕੋਲ ਵੀ ਜਾਣਾ। ਜੇ ਮੈਂ ਮੂੰਹ 'ਚ ਹੀ ਨਹੀਂ ਪਾਈ, ਉਹ ਦਵਾਈ ਨੇ ਅਸਰ ਨਹੀਂ ਜੋ ਕਰਨਾ। ਦਵਾਈ ਦੀ ਅਸਰ ਤਾਂ ਹੀ ਕਰਨਾ ਹੈ ਜਦੋਂ ਆਪਾਂ ਉਹਨੂੰ ਆਪਣੇ ਜੀਵਨ 'ਚ ਲੈ ਕੇ ਆਓ। ਠੀਕ ਹੈ ਜੀ ਨਿੱਜਰ ਸਾਹਿਬ, ਅਗਲੀ ਤੁਕ ਤੇ ਆ ਜਾਓ। ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ। ਕਹਿੰਦੇ ਮਨੁੱਖਾ ਸਰੀਰ ਪਾਇਆ ਆ, ਮਨੁੱਖ ਸਰੀਰ ਪਾ ਕੇ ਜੇ ਇਸ ਸਰੀਰ ਦਾ ਕੋਈ ਉਪਯੋਗ ਹੀ ਨਹੀਂ ਕੀਤਾ, ਤੇਰੇ ਕੋਲ ਧਨ ਹੈਗਾ, ਧਨ ਦਾ ਕੋਈ ਉਪਯੋਗ ਹੀ ਨਹੀਂ ਕਰ ਪਾਇਆ ਤੂੰ, ਤੇ ਫਿਰ ਤਾਂ ਤੂੰ ਪਿਆਰਿਆ ਮਾਇਆ ਦੇ ਵਿੱਚ ਫਸਿਆ ਰਹਿ ਗਿਆ। ਔਰ ਤੇਰੀ ਮੱਤ ਦਾ ਕੀ ਫਾਇਦਾ? ਐਸੀ ਮੱਤ ਜਿਹੜੀ ਹੈਗੀ ਤਿਕਾਰਿਆ, ਐਸੀ ਮੱਤ ਜਿਹੜੀ ਹੈਗੀ, ਜਿਹੜੀ ਹੈ ਨਾਸ਼ਵਾਨ, ਜਿਹੜੀ ਮਾਇਆ ਹੈ, ਇਹਦੇ ਵਿੱਚ ਹੀ ਲੱਗੇ ਰਹਿ ਗਏ। ਤੇਰੀ ਬੁੱਧੀ ਦਾ ਕੀ ਫਾਇਦਾ? ਜਿਹੜੀ ਫਨਾ ਫਿੱਲਾ ਜਿਹੜੀ ਹੈਗੀ ਮਾਇਆ ਜਿਹੜੀ ਹੈਗੀ ਆ, ਇਹਦੇ ਨਾਲ ਹੀ ਜੁੜ ਕੇ ਰਹਿ ਗਈ। ਉਹ ਸਰੀਰ ਦਾ ਤੂੰ ਕੀ ਕੀਤਾ? ਤਿਕਾਰਿਆ ਤੇਰਾ ਮਨੁੱਖੀ ਸਰੀਰ ਪਾਉਣ ਦਾ। ਫਿਰ ਤਾਂ ਤੂੰ ਕੋਈ ਜਾਨਵਰ ਪਰਿੰਦਾ ਰਹਿੰਦਾ ਤੇ ਤਾਂ ਮੈਂ ਉਹਦੇ 'ਚ ਵਿੱਚ ਵੀ ਜਿਹੜੇ ਰੇਂਗਣ ਵਾਲਾ ਹੁੰਦਾ ਤਾਂ ਵੀ ਤਾਂ ਕੀ ਫਰਕ ਪੈਣਾ ਸੀਗਾ ਭਾਈ। ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ। ਇਸ ਮਾਇਆ ਕੋ ਦ੍ਰਿੜ ਕਰ ਰਾਖੋ ਬਾਂਧੇ ਆਪ ਬਚਨੀ। ਆ ਪੁਕਾਰ ਮਾਲਕ ਦੇ ਅੱਗੇ ਜਾਣੀ ਹੈ ਭਾਈ ਕਿ ਮਾਲਕਾ ਤੇਰੀ ਮਾਇਆ ਹੈਗੀ, ਮੈਂ ਮੰਨਦਾ ਹਾਂ, ਮੈਂ ਤੈਨੂੰ ਚਾਹੁੰਦਾ ਹਾਂ, ਮੈਂ ਤੇਰੀ ਨੇੜਤਾ ਚਾਹੁੰਦਾ ਹਾਂ। ਮੈਨੂੰ ਜਿਹੜਾ ਹੈਗਾ ਇਸ ਤੋਂ ਨਿਕਲਣ ਦਾ ਜਿਹੜਾ ਹੈਗਾ ਮੈਨੂੰ ਰਸਤਾ ਦੇ, ਮੇਰੇ ਉੱਤੇ ਕਿਰਪਾ ਕਰ। ਇਹ ਤੇਰੀ ਮਾਇਆ ਤੇਰੇ ਬਚਨਾਂ ਦੇ ਨਾਲ ਜਿਹੜੀ ਹੈਗੀ ਆ, ਇਹ ਤੇ ਤੇਰੇ ਕਹਿਣ ਦੇ, ਤੇਰੇ ਕਹੇ ਦੇ ਅਨੁਸਾਰ ਇਹ ਚੱਲਦੀ ਆ, ਤੇ ਤੂੰ ਮਿਹਰ ਕਰੇਗਾ ਤੇ ਮੈਨੂੰ ਜਿਹੜਾ ਹੈਗਾ, ਮੈਨੂੰ ਵੀ ਜਿਹੜਾ ਹੈਗਾ ਦੇ, ਮੈਨੂੰ ਮੱਤ ਦੇ, ਮੈਨੂੰ ਬ੍ਰਹਮ ਗਿਆਨ ਜਿਹੜਾ ਹੈਗਾ, ਮੈਨੂੰ ਵਿਵੇਕ ਬੁੱਧੀ ਦੇ, ਜੇਕਰ ਮੈਂ ਜਿਹੜਾ ਹੈਗਾ ਇਹ ਧਿਆਨ ਸਿਮਰਨ ਕਰ ਸਕਾਂ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ। ਫੰਨੀ ਮਤਲਬ ਜਿਹੜੀ ਹੈਗੀ ਝੂਠੀ, ਫਨਾ ਫਿੱਲਾ ਹੋਣ ਵਾਲੀ। ਦੇਖੋ ਆਪ ਜਸਟ ਦੇਖੋ, ਕਹਿੰਦੇ ਕਿ ਜੇ ਤੇਰੇ ਕੋਲ ਇੱਕ ਸਰੀਰ ਮਿਲਿਆ ਤੇ ਤੂੰ ਰੱਬ ਦਾ ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ, ਤੇ ਇਹ ਸਰੀਰ ਵੀ ਧਰਿਕ ਗਿਆ। ਬਿਲਕੁਲ ਲਾਹਨਤ ਆ। ਕਹਿੰਦੇ ਜੇ ਤੇਰੇ ਕੋਲ ਦੁਖੀਆਂ ਵਿਚਾਰ ਹੈਗੀਆਂ, ਤੂੰ ਰੱਬ ਦਾ ਨਾਂ ਨਹੀਂ ਲਿਆ, ਤੇ ਲਾਹਨਤ ਇਸ ਪੈਸੇ ਤੇ। ਕਹਿੰਦੇ ਮਾਇਆ ਵੀ ਲਾਹਨਤ। ਫਿਰ ਕਹਿੰਦੇ ਧਰਿਗ ਧਰਿਗ ਮਤ। ਕਹਿੰਦੇ ਕਿ ਜੇ ਤੂੰ ਰੱਬ ਦਾ ਹੀ ਨਾਂ ਨਹੀਂ ਲਿਆ ਤੇ ਤੂੰ ਆਪਣੇ ਆਪ ਨੂੰ ਲਤੀਫ ਸਮਝੀ ਫਿਰਦਾ, ਪੜ੍ਹਿਆ ਲਿਖਿਆ ਸਮਝੀ ਫਿਰਦਾ, ਪ੍ਰੋਫੈਸਰ, ਯੂਨੀਵਰਸਿਟੀ ਦਾ ਪ੍ਰਿੰਸੀਪਲ, ਪਤਾ ਨਹੀਂ ਕੀ ਤੂੰ ਬਣਿਆ ਫਿਰਦਾ। ਕਹਿੰਦੇ ਧਰਿਕ ਹੈ, ਲਾਹਨਤ। ਕੰਮ ਹੀ ਨਹੀਂ ਕੀਤਾ ਮੇਨ। ਤੇਰੀ ਬੁੱਧੀ ਦਾ ਫਾਇਦਾ ਕੀ ਹੋਇਆ? ਸਗੋਂ ਬੁੱਧੀ ਦੇ ਨਾਲ ਤਰਕਵਾਦੀ ਬਣਦਾ, ਤੂੰ ਰੱਬ ਵੱਲ ਚੱਲਦਾ,
ਤੂੰ ਉਸ ਬੁੱਧੀ ਨੂੰ ਤੂੰ ਗਲਤ ਜਗ੍ਹਾ ਤੇ ਇਸਤੇਮਾਲ ਕਰ ਰਿਹਾ ਤੈਨੂੰ ਸ਼ਰਮ ਨਹੀਂ ਆਉਂਦੀ? ਲਾਨਤ। ठीक है जी ने साहब अगली तो बोलो। इस माया को दृढ़ कर राखो बांधे आप बचनी। तू पुकार ही नहीं की मालक दे अगे बई मैनू ये माया तो बचा, मैं जिहड़ा हैगा मैं ये माया मैनू साड़ रही है, मेरा जिहड़ा हैगा आत्मिक यात्रा नहीं है हो रही, मेरा जिहड़ा चांस मनुखी शरीर जिहड़ा हैगा ये मनुखी देह ये जिहड़ा हैगा ये बारी मेरी जिहड़ी है वेस्ट हो रही है। इस माया को दृढ़ कर राखो बांधे आप बचनी। ये पुकार नहीं उठी पाई। बाकी क्या खेती क्या लेवा देई परपंच झूठ गुमाना। बाकी कहते जो कुछ भी कर रहे हैं, भावें खेती कर रहे हैं, भावें व्यापार कर रहे हैं, लेवा देई कर रहे हैं भाई, लेन देन, भावें जिहड़ा हैगा तू कोई नौकरी कर रहे हैं, सारा परपंच है, झूठ हैगा, गुमान हैगा, इहदा ये जिहड़ा हैगा ये अहंकार हैगा, झूठा अहंकार हैगा। कह कबीर ते अंत विगूते आया काल निदाना। और जिन्हों ने इसे नू सच समझ लिया है पाए आखिर दे विच ठगे गए हो, विगूते मतलब खुआर हो गए। वो काल तो आया पाई, समा जिहड़ा हैगा उन्हें अपना जिहड़ा हैगा मनुखी शरीर खो लेना है और आत्मा जिहड़ी हैगी आई विटनेस हैगी जिहड़ी उन्हें जाके उत्थे गवाही भरनी है, उन्हें जाके जिहड़ा हैगा सारे अपने कारनामे उजागर कर देने। उन्होंने जो भी गल करनी है आत्मा ने कहना है हाँ भाई ये कीता है। उस वेले आत्मा ने उन्हां दी साइड लैनी है, तेरी साइड नहीं लैनी। कह कबीर ते अंत विगूते आया काल निदाना। हाँ जी वीर जी। आओ देखते हैं मैं रिकॉर्डिंग पाई सी वीर दी, बेचारा वो काम कुम करता रहा सारी जिंदगी, उन्हें देश नकाला चलिया ते आखिर च सवाई पई सिर च दे। कौन किहदी कदर करदा? कोई नहीं करदा। कहंदा पर मेरी गल ते मैं करा तेरी गल। तू मेरे गल च पा, मेरे मुंह च कुछ पा ते मैं तेरी गल भी करा। उदा ते बोलदा कोई नहीं, बिल्कुल नहीं बोलदा। जे वो दसन दिया ते वो बेचारा दसन दिया, सच दसन दिया, वो बहुत बरीकी नाल वेखिया दे जीवन नूं कि आखिर च सवाई पैनी है, साडे भी पैनी है। पर यह है कि थोड़ी खूबसूरती ना पा देंदे अगले, पॉलिश कर देंदे है चमका चमकू के। तो कहण तो भाव है कि कहंदे कह कबीर क्या खेती क्या कहंदे तू किहदा मन करदा है? इते प्रपंच हैगा माया। तू ना ते कुछ लियांदा ना तू नाल लेके जाना है और फोका ही वहमां च पै। छोटे छोटे बच्चे वेले खिलौणिਆਂ ते किदां वो करदे ने, ਉਹ ਮੇਰਾ ਜੀ ਮੇਰਾ ਟਰੱਕ ਆ, ਮੇਰੀ ਕਾਰ, ਮੇਰਾ ਫਲਾਨੀ। ਤੇ ਉਹ ਛੋਟੇ ਬੱਚੇ ਉੱਥੇ ਪੌਣ ਤੇ ਹੱਸਦੇ ਆ ਕਿ ਬੱਚੇ ਨੂੰ ਇਹ ਕੀ ਕਰਦਾ ਫਿਰਦਾ। ਤੇ ਜਦੋਂ ਵੱਡਾ ਸਮਾਨ ਮਿਲ ਜਾਂਦਾ ਅਸੀਂ ਵੱਡੀਆਂ ਨੂੰ ਕਲੇਮ ਕਰੀ ਜਾਂਦੇ। ਇਹ ਵੀ ਤੇ ਖਿਲਾਉਣੇ ਹੀ ਆ ਮਾਇਆ ਦੇ। ਇੱਥੇ ਕੇਵਲ ਜੇ ਸਾਨੂੰ ਰੱਬ ਨੇ ਦਿੱਤੇ ਆ ਨਾ, ਉਹ ਕੇਵਲ ਸਾਡੀਆਂ ਜ਼ਰੂਰਤਾਂ ਨੇ। ਸਾਡੇ ਜੀਵਨ ਦਾ ਮਕਸਦ ਨਹੀਂ ਹੋਣਾ ਚਾਹੀਦਾ ਪਦਾਰਥ। ਕਹਿੰਦੇ ਕਿ ਜੇ ਮੇਰੀ ਜ਼ਿੰਦਗੀ ਦਾ ਮਕਸਦ ਹੀ ਪਦਾਰਥ ਹੈ ਤੇ ਫਿਰ ਮੇਰਾ ਜੀਵਨ ਕੀ ਹੈ? ਐਡਾ ਵਧੀਆ ਥੋੜੀ ਹੈਗਾ ਕੇਵਲ ਪਦਾਰਥ। ਘਰ ਬਾਰੀ ਬਣਾਉਣਾ ਜ਼ਿੰਦਗੀ ਦਾ ਮਕਸਦ ਸੀ, ਨੌਕਰੀ ਪ੍ਰਾਪਤ ਕਰਨੀ ਮੇਰੀ ਜ਼ਿੰਦਗੀ ਦਾ ਮਕਸਦ ਸੀ, ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਨੌਕਰੀਆਂ ਤੇ ਲਾਉਣਾ ਮੇਰਾ ਜੀਵਨ ਦਾ ਮਕਸਦ ਸੀ। ਬੜਾ ਘਟੀਆ ਮਕਸਦ ਹੈ। ਇਹਦੇ ਤੇ ਬਾਣੀ ਪੜ੍ਹੀ ਨਹੀਂ ਆਪਾਂ। ਬਾਣੀ ਚ ਦੱਸੋ ਕਿੱਥੇ ਲਿਖਿਆ ਹੈ ਕਿ ਤੇਰੇ ਜੀਵਨ ਦਾ ਮਕਸਦ ਹੈ? ਇੱਕ ਵੀ ਲਾਈਨ ਲਿਖੀ ਦੱਸੋ ਕਿ ਬਈ ਤੂੰ ਆਪਣੇ ਪਰਿਵਾਰ ਨੂੰ ਪਾਲ ਦੇਵੀਂ, ਆਪਣੀ ਇੱਕ ਨੌਕਰੀ ਲੱਭ ਲਈ, ਮਹਿਲ ਬਣਾ ਲਈ ਤੇ ਤੇਰੇ ਜੀਵਨ ਦਾ ਮਕਸਦ ਇਹ ਹੈਗਾ। ਬਾਣੀ ਚੋਂ ਕਹਿੰਦੇ ਅਵਰ ਕਾਜ ਤੇਰੇ ਅਵਰ ਕਾਜ ਤੇ ਕੰਮ ਨਹੀਂ। ਹਾਂ ਅਵਰ ਕਾਜ ਤੇਰੇ ਕਿਤੇ ਨਾ ਕੰਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਾਂ ਭਜ ਕੇਵਲ ਨਾਮ। ਤੂੰ ਸੰਗਤ ਜਾਵੀਂ, ਤੈਨੂੰ ਨਹੀਂ ਪਤਾ ਵਾ, ਕਮ ਸੇ ਕਮ ਤੈਨੂੰ ਪਤਾ ਲੱਗ ਜੇ ਕਿ ਨਾਮ ਕਿਹਨੂੰ ਕਹਿੰਦੇ ਆ। ਕਹਿੰਦੇ ਬਿਨਾਂ ਨਾਮ ਤੋਂ ਜੱਗ ਬਰਾਨਾ, ਨਾਮ ਤੋਂ ਬਿਨਾਂ ਜਿਹੜਾ ਜੱਗ ਬਰਾਨਾ ਹੈ। ਇੱਥੇ ਬਾਬਾ ਜੀ ਇੱਕ ਸ਼ਬਦ ਲੈ ਕੇ ਤਾਂ ਕੰਨਾਂ 'ਚ ਫੂਕ ਮਾਰ ਦਿੰਦੇ, ਲਓ ਜੀ ਤੁਹਾਨੂੰ ਨਾਮ ਦੇ ਦਿੱਤਾ, ਜਾਓ ਤੁਸੀਂ ਗੁਰੂ ਵਾਲੇ ਬਣ ਕੇ ਉਹਨੂੰ ਘਰੇ ਜਾ ਕੇ ਲੰਮੇ ਪਾਓ। ਲੋਕੀ ਇਹ 'ਚ ਵਿਸ਼ਵਾਸ ਕਰਦੇ ਆ ਕਿ ਗੁਰੂ ਨੇ ਸ਼ਬਦ ਦੇ ਦਿੱਤਾ, ਉੱਥੇ 150-200 ਬੰਦਾ ਜਾਂਦਾ ਹੈ, ਉਹ 20 ਅੱਖ ਨੂੰ ਦਿੰਦੇ ਆ, 130 ਨੂੰ ਉਦਾਂ ਹੀ ਭੜਕਾ ਦਿੰਦੇ। ਨਹੀਂ ਜੀ ਹੁਣ ਅਗਲੀ ਵਾਰੀ ਆਇਓ, ਇੰਨੇ ਅੱਖ ਨੂੰ ਦੇਣਾ। ਜਿ ਜਾਣ ਕੇ ਹੀ ਜਿੱਦਾਂ ਤੁਹਾਨੂੰ ਪਤਾ ਹੋਣਾ ਕਿ ਦੁਨੀਆ ਤੇ ਜਿਹੜੇ ਡਾਇਮੰਡ ਹੈਗੇ ਆ ਉਹ ਸਾਰੇ ਬਿਜ਼ਨਸਮੈਨਾਂ ਕੋਲ ਹੈਗੇ ਆ, ਪਰ ਥੋੜੇ ਜਿਹੇ ਵੇਚਦੇ ਆ ਕਿਉਂਕਿ ਉਹ ਚਾਹੁੰਦੇ ਕਿ ਡਿਮਾਂਡ ਬਣੀ ਰਵੇ। ਇਸੇ ਤਰ੍ਹਾਂ ਇਹ ਲੋਕ ਵੀ ਕਰਦੇ ਆ
ਵੀ ਤੁਹਾਨੂੰ ਦੇਤਾ ਵਾ, ਦੂਜਿਆਂ ਨੂੰ ਨਹੀਂ ਮਿਲਿਆ। ਸੁਪੀਰੀਅਰ ਕੰਪਲੈਕਸ। ਉਹ 2-4 ਵਾਰੀ ਜਾਂਦਾ ਹੈ, ਬਾਬਾ ਜੀ ਨਾਮ ਦੇ ਦਿਓ। ਅਗਲਾ ਵੀ ਸੋਚਦਾ ਕਿ ਲਾਟਰੀ ਮਿਲ ਜੇ, ਨਾਮ ਮਿਲ ਜੂਗਾ ਤੇ ਸਿੱਧਾ ਹੀ ਸਵਰਗ ਚੱਲ ਜਾਣਾ, ਉੱਥੇ ਪਤਾ ਨਹੀਂ ਕਿਹੜਾ ਕਲਪਨਿਕ ਗੁਰੂ ਹੈਗਾ ਲੈ ਕੇ ਜਾਊਗਾ ਇਹਨਾਂ ਨੂੰ। ਤੋ ਕਹਿਣ ਤੋਂ ਭਾਵ ਹੈ ਕਿ ਲੋਕੀ ਵਿਸ਼ਵਾਸ ਕਰਦੇ ਨੇ, ਪਰ ਬਾਣੀ 'ਚ ਇਦਾਂ ਦੀ ਕੋਈ ਗੱਲ ਲਿਖੀ ਨਹੀਂ। ਆਪ ਦੇਖੋ ਨਿਜਾ ਸਾਹਿਬ ਲਿਖੀ ਕੋਈ ਤੋਕੇ ਇਹਨਾਂ ਨੇ ਨਾ, ਬਿਲਕੁਲ ਨਹੀਂ ਲਿਖੀ। ਬਾਣੀ ਤਾਂ ਕਹਿੰਦੀ ਆ ਭਾਈ ਗਿਆਨ ਲੈ ਲਾ, ਗਿਆਨ ਲੈ ਕੇ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਉਹਨੂੰ ਕਮਾਈ ਕਰ ਲਾ। ਔਰ ਮਾਫ ਕਰਨਾ, ਆਪਾਂ ਜਿਹੜੇ ਹੈਗੇ ਜਿਹੜੇ ਆਪਾਂ ਮੁਗਾਲਤੇ ਦੇ ਵਿੱਚ ਰਹਿੰਦੇ ਹਾਂ, ਜੇ ਆਪਾਂ ਕਹਿੰਦੇ ਹਾਂ ਵੀ ਅਸੀਂ ਤਾਂ ਜੀ ਪੰਜਾਂ ਪਿਆਰਿਆਂ ਕੋਲੋਂ ਨਾਮ ਲੈ ਲਿਆ, ਅਸੀਂ ਗੁਰੂ ਵਾਲੇ ਹੋ ਗਏ, ਨਾ ਬਈ ਨਾ। ਆਪਾਂ ਜਿਹੜੇ ਹੈਗੇ ਆ ਕਮਿਟਮੈਂਟ ਕੀਤੀ ਆ ਵੀ ਅੱਜ ਤੋਂ ਮੈਂ ਜਿਹੜਾ ਹੈਗਾ ਇਸ ਗਿਆਨ ਨੂੰ ਆਪਣਾ ਗੁਰੂ ਮੰਨੂਗਾ। ਹਾਲੇ ਕਾਰਵਾਈ ਤਾਂ ਕਰਨੀ ਆ ਆਪਾਂ ਨੇ, ਸਿਰਫ ਜਿਹੜਾ ਹੈਗਾ ਆਪਾਂ ਨੇ ਕਮਿਟਮੈਂਟ ਕਰਕੇ ਆਏ ਆ, ਨਾਮ ਤਾਂ ਪ੍ਰਗਟ ਕਰਨਾ ਹੈ ਆਪਾਂ ਨੇ ਕਿਹਾ ਵੀ ਮੈਂ ਹੁਣ ਜਿਹੜਾ ਜੋ ਇਹ ਬਾਣੀ ਕਹਿੰਦੀ ਆ ਮੈਂ ਇਸ ਨੂੰ ਸੁਪਰੀਮ ਮੰਨੂਗਾ। ਬਾਣੀ ਤਾਂ ਪਾੜ ਚ ਕਹਿ ਰਹੀ ਹੈ ਭਾਈ ਆਪਣੇ ਅੰਦਰ ਵੜ, ਧਿਆਨ ਸਿਮਰਨ ਕਰ, ਮਨ ਨੂੰ ਖੜਾ ਕਰ, ਵਿਚਾਰ ਬੰਦ ਕਰ। ਉਹ ਕਾਰਵਾਈ ਜੇ ਨਹੀਂ ਕਰਾਂਗੇ ਆਪਾਂ ਤੇ ਭਾਈ ਫਿਰ ਜਿਹੜਾ ਹੈਗਾ ਗਿਆਨ ਦਾ ਜਿਹੜਾ ਹੈ ਪੰਜਾਂ ਪਿਆਰਿਆਂ ਦਾ ਦੋਸ਼ ਨਹੀਂ ਹੈਗਾ, ਨਾ ਹੀ ਜਿਹੜਾ ਹੈਗਾ ਗਿਆਨ ਦਾ ਦੋਸ਼ ਹੈ। ਦੋਸ਼ ਤਾਂ ਆਪਣਾ ਹੈਗਾ, ਆਪਾਂ ਨੇ ਜਿਹੜਾ ਹੈਗਾ ਆਪਾਂ ਨੇ ਉਹ ਗੱਲ ਜਿਹੜੀ ਹੈਗੀ ਮੰਨੀ ਨਹੀਂ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇਹਦੇ ਵਿੱਚ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਪਹਿਲੀ ਕਲਾਸ ਜੇਕਰ ਅਸੀਂ ਆਖਰੀ ਸਮਝ ਲੈਂਦੇ ਆ ਤੇ ਇਹਦੇ ਵਿੱਚ ਕਸੂਰ ਕਿਸੇ ਦਾ ਨਹੀਂ, ਕਸੂਰ ਸਾਡਾ ਹੈ। ਹਾਂ, ਆਪਾਂ ਬਾਜ਼ਾਰ ਗਏ ਆ, ਆਪਾਂ ਕਹਿੰਦੇ ਆ ਬਈ ਸਾਨੂੰ ਨਾ ਤੇਲ ਦੇ ਦਿਓ 5 ਲੀਟਰ, ਤੇ ਨਿੱਜਰ ਸਾਹਿਬ ਜੇ 1 ਲੀਟਰ ਦੀ ਕੈਨੀ ਭਰ ਕੇ ਸਾਨੂੰ ਕਵੇ ਕਿ ਲਓ ਜੀ 5 ਲੀਟਰ, ਤੇ ਕੀ ਆਪਾਂ ਲੈ ਆਉਂਦੇ ਆ ਨਾ। ਆਪਾਂ ਬਾਜ਼ਾਰ ਗਏ ਆ, ਅਗਲੇ ਨੂੰ ਦਿੱਤਾ ਆਪਾਂ 1000 ਰੁਪਇਆ, ਉਹ ਕਹਿੰਦਾ ਲੈ ਬਈ 100 ਰੁਪਇਆ ਦੇ ਕੇ ਕਹਿੰਦਾ ਲੈ 900 ਰੁਪਇਆ ਦੇ ਦਿੱਤਾ ਤੈਨੂੰ, ਆਪਾਂ ਲੈ ਆਉਂਦੇ ਆ 100 ਰੁਪਇਆ ਨਾ। ਤੇ ਨਾਮ ਦੇ ਪ੍ਰਤੀ ਵੀ ਆਪਾਂ ਏਦਾਂ ਕਿਉਂ ਨਹੀਂ ਸੋਚਦੇ? ਉੱਥੇ ਆਪਾਂ ਬੁੱਧੀ ਨੂੰ ਜੰਗਾਲ ਲੱਗ ਜਾਂਦਾ, ਉੱਥੇ ਤੇ ਨਹੀਂ ਜੀ ਬਾਬਾ ਜੀ ਦੇ ਗਾੜੀ ਨਹੀਂ ਬੋਲਣਾ ਆਪਾਂ ਨਾ, ਕੋਈ ਸਵਾਲ ਨਹੀਂ ਕਰਨਾ। ਕਿਉਂ ਨਹੀਂ ਕਰਨਾ? ਬਸ ਬਾਬਾ ਜੀ ਨੇ ਮਨਾ ਕੀਤਾ। ਪਰ ਇੱਥੇ ਬਾਣੀ ਤੇ ਕਹਿੰਦੀ ਆ ਕਿ ਤੇਰੇ ਅੰਦਰ ਵਿਚਾਰ ਨਹੀਂ ਪੈਦਾ ਹੁੰਦੀ, ਸੋਚ ਨਹੀਂ ਪੈਦਾ ਹੁੰਦੀ, ਤੇ ਜੇ ਤੇਰੀ ਬੁੱਧੀ ਹੈਗੀ ਆ, ਤੇਰੀ ਬੁੱਧੀ ਨੂੰ ਇਹ ਨਹੀਂ ਪਤਾ ਕਿ ਤੇਰੇ ਜੀਵਨ ਦਾ ਮਕਸਦ ਕੀ ਹੈ, ਤੂੰ ਕੀ ਕੀਤਾ ਹੈ, ਤੂੰ ਪ੍ਰਾਪਤੀ ਕੀ ਤੇਰੀ। ਅੱਛਾ ਤੂੰ ਉਹ ਕਹੂੰਦਾ ਜੀ ਨਹੀਂ ਮੈਂ ਬੜਾ ਗਰੀਬ ਜਿਹਾ ਬੰਦਾ ਸਾਂ, ਉਹ ਭਾਈ ਰੋਟੀ ਢੱਡੀ ਦਾ ਬੜਾ ਮਸਲਾ ਸੀ, ਅੱਜ ਵੇਖੋ ਮੈਂ ਕੋਠੀ ਪਾਲੀ, ਮੁੰਡੇ ਮੇਰੇ ਚੰਗੇ ਬੜੇ ਅਫਸਰ ਲੱਗੇ ਆ, ਮੈਂ 2-4 ਕੈਨੇਡਾ ਭੇਜੇ ਆ ਵੇਖੋ ਇੱਥੇ 40-50 ਕਿੱਲੇ ਪੈਲੀ ਬਣਾ ਲਈ ਆ। ਤੇ ਉਹ ਬਾਣੀ ਚ ਤੇ ਇਹਨੂੰ ਪ੍ਰਾਪਤੀ ਨਹੀਂ ਮੰਨਿਆ ਗਿਆ। ਇਹ ਕੇਵਲ ਸਾਡੀ ਜ਼ਰੂਰਤਾਂ ਨੇ, ਪਰ ਜਦੋਂ ਅਸੀਂ ਉਹਨੂੰ ਆਪਣੀ ਜੀਵਨ ਦਾ ਮਕਸਦ ਬਣਾਵਾਂਗੇ ਤੇ ਨਿੱਜਰ ਸਾਹਿਬ ਫਿਰ ਤੇ ਮਾਇਆ ਹੀ ਹੈਗੀ ਹੈ ਜੀਵਨ ਸਾਡਾ। ਬਿਲਕੁਲ, ਉਹ ਤਾਂ ਜੀ ਗੋਰਖੀ ਸਾਹਿਬ ਬਾਣੀ ਦੇ ਵਿੱਚ ਲਿਖਿਆ ਪਹਾੜੀ ਕੋ ਫੁਨ ਪਹਾੜਾ ਮਿਲਿਆ, ਆਵਰ ਸਭ ਪਿਆ ਬਿਗਾਨਾ, ਇਸ ਤਰ੍ਹਾਂ ਦਾ ਤੋਂ ਕਹਿੰਦੀ ਆ। ਕਹਿੰਦੇ ਤੈਨੂੰ ਜਿਹੜਾ ਮਿਲਣਾ ਹੈ ਸਿਰਫ ਤੂੰ ਜਿਹੜਾ ਯੂਜ਼ ਕਰ ਲਿਆ ਨਾ ਮਾਇਆ ਨੂੰ, ਓਨਾ ਹੀ ਮਿਲਣਾ ਹੈ। ਬਾਕੀ ਤੂੰ ਮਾਇਆ ਨੇ ਤੈਨੂੰ ਜਿਹੜਾ ਹੈਗਾ ਮਾਇਆ ਨੂੰ ਤੂੰ ਲੈ ਕੇ ਗਿਆ ਆ, ਉਹਦਾ ਤੈਨੂੰ ਪਹਾੜਾ ਦੇ ਦਿੱਤਾ, ਜੋ ਕੁਝ ਜੋ ਤੂੰ ਖਾ ਲਿਆ ਪੀ ਲਿਆ ਹੰਡਾ ਲਿਆ ਤੇ ਉਹ ਤੇਰਾ ਹੈਗਾ। ਬਾਕੀ ਜਿਹੜਾ ਹੈਗਾ ਬਸ ਤੂੰ ਮਾਇਆ ਇੱਧਰੋਂ ਲਿਜਾ ਕੇ ਤੇ ਉਧਰ ਛੱਡ ਦਿੱਤੀ ਆ, ਹੋਰ ਕੁਝ ਨਹੀਂ ਕੀਤਾ ਤੂੰ ਭਾਈ। ਹਾਂਜੀ ਵੀਰ ਜੀ। ਠੀਕ ਹੈ। ਅੱਛਾ ਨਿੱਜਰ ਸਾਹਿਬ ਆਖਰੀ ਤੋਕੇ? ਹਾਂਜੀ ਜਾਣਾ ਨਾ ਬਸ ਠੀਕ ਹੈ। ਆਖਰੀ ਹੈ ਜਿਹੜੇ ਕਹਿੰਦੇ ਜਿਹੜੇ ਕਹਿ ਕਬੀਰ ਤੇ ਅੰਤ ਵਿਗੂਤੇ ਆਇਆ ਕਾਲ ਨਿਦਾਨ, ਜਿਹੜੇ ਨਹੀਂ ਹੁਣ ਇਹ ਗੱਲ ਨੂੰ ਕਰਦੇ, ਜਿਹੜੇ ਹੈਗੇ ਨਹੀਂ ਮੰਨਦੇ ਤੇ ਧਿਆਨ ਸਿਮਰਨ ਨਹੀਂ ਕਰਦੇ ਤੇ ਪਰਮਾਤਮਾ ਦੇ ਅੱਗੇ ਨਹੀਂ ਪੁਕਾਰ ਕਰਦੇ ਵੀ ਮਾਇਆ ਜਿਹੜੀ ਹੈਗੀ ਤੇਰੀ ਮਾਇਆ, ਇਹਨੂੰ ਜਿਹੜਾ ਹਟਾ, ਇਹਨੂੰ ਬਚਾਉਣ ਦਾ, ਮੈਨੂੰ ਜਿਹੜਾ ਇਸ ਤੋਂ ਬਚਣ ਦਾ ਮੈਨੂੰ ਵੀ ਟੈਕਨੀਕ ਦੇ ਦੇ, ਮੈਨੂੰ ਵੀ ਜਿਹੜਾ ਹੈਗਾ ਮੇਰਾ ਵੀ ਧਿਆਨ ਸਿਮਰਨ ਮੈਂ ਵੀ ਕਰ ਲਵਾਂ, ਮੈਂ ਤੇਰੇ ਰਸਤੇ ਤੇ ਚੱਲ ਪਾਂ ਤੇ ਆਪਣੇ ਚਿੱਤ ਦਿਲੋਂ ਜਿਹੜਾ ਹੈਗਾ ਸੁਰਤ ਤੋਂ ਜਿਹੜੀ ਹੈਗੀ ਪੁਕਾਰ ਨਹੀਂ ਕਰਦੇ ਤੇ ਫਿਰ ਗੱਲ ਨਹੀਂ ਬਣਦੀ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ ਸਾਧ ਸੰਗਤ ਜੀ। ਤੇ ਉਹ ਚਿੱਤ ਦੇ ਵਿੱਚ ਜਦੋਂ ਮੈਂ ਫਿਰ ਲਾਸਟ ਤੇ ਤੁਹਾਨੂੰ 2 ਮਿੰਟ ਬੋਲਦਾ, ਫਿਰ ਆਪਾਂ ਵਿਚਾਰ ਸਮਾਪਤ ਕਰਦੇ ਹਾਂ। ਅੱਜ ਦਾ ਜਿਹੜਾ ਟੌਪਿਕ ਸੀ, ਚਿੱਤ ਵਿੱਚ ਚੀਜ਼ ਆਈ ਉਦੋਂ ਵਿਵੇਕ ਤੋਂ ਕੰਮ ਲੈਣਾ, ਉਹ ਚੀਜ਼ ਨੂੰ ਚਾਰਜ ਨਹੀਂ ਕਰਨਾ। ਚਾਰਜ ਦਾ ਮਤਲਬ ਇੱਕ ਤੇ ਪੱਖਾ ਘੁੰਮ ਰਿਹਾ, ਉਹਨੂੰ ਆਪ ਨਹੀਂ ਜਾ ਕੇ ਤੇ ਸੋਚ ਨੂੰ ਫੜ ਕੇ ਘਮਾਉਣ ਡਿਆ ਪੈਣਾ ਜਾ ਕੇ। ਆਪਾਂ ਜੇ ਆਪਾਂ ਘਮਾਉਂਦੇ ਹਾਂ ਤਾਂ ਆਪਾਂ ਬਹੁਤੇ ਸਿਆਣੇ ਨਹੀਂ ਹੈਗੇ। ਇੱਕ ਤੇ ਪੱਖਾ ਚੱਲ ਗਿਆ,
ਹੁਣ ਝਟਕਾ ਵੱਜ ਗਿਆ, ਕਿਨੇ ਸੋਚ ਨੱਪਿਆ ਵਾ, ਉਹ ਥੋੜਾ ਜਿਹਾ ਘੁੰਮਿਆ, ਤੇ ਜੇਕਰ ਤੁਸੀਂ ਉਸ ਸੋਚ ਨੂੰ ਨਹੀਂ ਛੇੜਦੇ ਤਾਂ ਉਹਨੇ ਸ਼ਾਂਤ ਹੋ ਜਾਣਾ। ਤੇ ਜੇ ਆਪਾਂ ਉਹ ਥੋੜੇ ਜਿਹੇ ਘੁੰਮਦੇ ਨੂੰ ਵੇਖ ਕੇ ਉੱਥੇ ਆਪ ਚੱਲ ਗਏ ਰੈਗੂਲੇਟਰ ਦੇ ਲਾਗੇ ਜਾ ਕੇ ਤੇ ਨੰਬਰ 5 ਤੇ ਕਰਤਾ ਹੈ, ਤੇ ਫਿਰ ਤੇ ਕਿਰਪਾ ਹੋਗੀ ਨਿਜਾ ਸਾਹਿਬ। ਬਿਲਕੁਲ। ਤੇ ਫਿਰ ਮੁਸ਼ਕਲ ਹੋ ਜਾਏਗੀ, ਤੇ ਤੁਹਾਨੂੰ ਕਾਫੀ ਮੁਸ਼ਕਲ ਹੋਵੇਗੀ, ਤੁਹਾਡਾ ਜ਼ਿੰਦਗੀ ਦੁੱਖਾਂ ਨਾਲ ਭਰ ਜੂਗੀ। ਤੁਸੀਂ ਜਿੱਥੇ ਮਰਜ਼ੀ ਭੱਜ ਕੇ ਵੇਖ ਲਿਓ, ਤੁਸੀਂ ਕਹੋਗੇ ਕਿ ਚਰਨਜੀਤ ਸੱਚ ਹੀ ਕਹਿੰਦੇ ਅਸੀਂ, ਤੁਹਾਡੇ ਜ਼ਿੰਦਗੀ 'ਚ ਦੁੱਖਾਂ ਦਾ ਅੰਤ ਨਹੀਂ ਹੋਊਗਾ, ਜਿੱਥੇ ਮਰਜ਼ੀ ਭੱਜ ਕੇ ਵੇਖ ਲਓ। ਤੇ ਜਿੱਦਣ ਤੁਸੀਂ ਸੋਚ ਨੂੰ ਹੱਥ ਲਾਉਣਾ ਬੰਦ ਕਰਤਾ ਨਾ, ਉਹ ਪੱਖਾ ਸ਼ਾਂਤ ਹੋ ਜਾਏਗਾ, ਕੁਛ ਨਹੀਂ ਹੋਣਾ, ਸਾਰਾ ਕੁਝ ਇੱਥੇ ਰਹੂਗਾ, ਦੁਨੀਆ ਨਹੀਂ ਬਦਲਣੀ, ਇਹ ਦੁਨੀਆ ਸਾਡਾ ਹੀ ਪ੍ਰਤੀਬਿੰਬ ਆ। ਮੈਂ ਨਾ ਉਹ ਜਦੋਂ ਪੁਰਾਣੇ ਸਕੂਲ 'ਚ ਪੜ੍ਹਦਾ ਸਾਂ ਗਿਆਨ ਆਸ਼ਰਮ ਦੇ ਨਿੱਜਰ ਸਾਹਿਬ ਉੱਤੇ ਸ਼ੀਸ਼ਾ ਲੱਗਾ ਸੀ, ਇੱਕ ਚਿੜਾ ਮੈਂ ਵੇਖਦਾ ਸਾਂ ਰੋਜ਼ ਲੜਨ ਆਉਂਦਾ ਸੀ ਉਹ ਸ਼ੀਸ਼ੇ 'ਚ। ਬਿਲਕੁਲ ਆਉਂਦਾ, ਮੈਂ ਵੀ ਦੇਖਿਆ ਇਸ ਤਰ੍ਹਾਂ। ਤੇ ਚੁੰਝ ਮਾਰ ਕੇ ਆਪਣੀ ਚੁੰਝ ਤੋੜਦਾ ਰਹਿੰਦਾ ਸੀ। ਇਹ ਉਹ ਸੁਭਾਅ ਸਾਡਾ ਵਾ। ਅਗਲੇ ਬੰਨੇ ਹੈਗਾ ਕੱਚ, ਤੇ ਕੱਚ ਤੇ ਚੁੰਝ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਜੇ ਤੁਸੀਂ ਮਾਰੀ ਤੇ ਅਗਲੇ ਬੰਦੇ ਨੇ ਵੀ ਚੁੰਝ ਮਾਰਨੀ ਜੋ, ਕਿਉਂਕਿ ਸ਼ੀਸ਼ਾ ਵਾ। ਦੇਖ ਲਓ, ਇੱਕ ਮੈਂ ਨਾ ਇੱਕ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ। ਮੈਂ ਨਾ ਕਾਕੀਨਾਡਾ ਗਿਆ ਉੱਥੇ ਕੋਰਸ ਕਰਨ, ਉੱਥੇ ਨਾ ਕੁੱਤਿਆਂ ਦਾ ਨਾ ਕੰਪੀਟੀਸ਼ਨ ਸੀ ਨਿਜਰ ਸਾਹਿਬ। ਤੇ ਕਈ ਹੁਣ ਕੁੱਤੇ ਨੂੰ ਕੁੱਤਾ ਵੇਖ ਕੇ ਤੁਹਾਨੂੰ ਪਤਾ ਉਹ ਹਾਲਾਤ ਕੀ ਹੁੰਦੇ, ਭੌਂਕੜੇ ਪੈਂਦੇ ਆ। ਕਾਕੀਨਾਡਾ ਕਿ ਸਾਕੀਨਾਡਾ? ਸਾਕੀਨਾਡਾ ਨਹੀਂ, ਕਾਕੀਨਾਡਾ ਵਿਸ਼ਾਖਾਪਟਨਮ ਦੇ ਲਾਗੇ। ਅੱਛਾ ਹੈਗਾ ਆਂਧਰਾ ਪ੍ਰਦੇਸ਼। ਹਾਂ ਹੈਗਾ ਹਾਂ। ਤੇ ਉਸ ਮੈਂ ਵੇਖਿਆ ਤੇ ਕੰਪੀਟੀਸ਼ਨ 'ਚ ਇੱਕ ਵੱਡਾ ਹਰਾ ਕੁੱਤਾ ਆਇਆ ਨਜ਼ਰ ਸਾਹਿਬ, ਉਹਨੇ ਕੁਛ ਵੀ ਨਹੀਂ ਕੀਤਾ, ਉਹਦਾ ਸਟੈਂਡਰਡ ਬੜਾ ਸੀ। ਉਹਨੇ ਉਹ ਬੈਠਾ ਰਿਹਾ ਚੁੱਪ ਰਿਹਾ ਆਪਣੀ ਗੱਦੀ ਤੇ ਬੈਠਾ, ਕੁਛ ਨਹੀਂ ਬੋਲਿਆ, ਤੇ ਮੈਡਲ ਲੈ ਕੇ ਗਾਂਹ ਗਿਆ। ਦੂਜੇ ਭੌਂਕੇ ਭੌਂਕਦੇ ਰਹੇ ਤੇ ਉਹਨੇ ਰਿਸਪੌਂਸ ਨਹੀਂ ਕੀਤਾ, ਦੂਜੇ ਭੌਂਕ ਕੇ ਆਪੇ ਚੁੱਪ ਹੋ ਗਏ। ਤੇ ਉਹਨੂੰ ਲੋੜ ਹੀ ਨਹੀਂ, ਕਿਉਂਕਿ ਉਹਦੇ ਸਟੈਂਡਰਡ ਬੜਾ ਅਪਗ੍ਰੇਡ ਸੀ, ਹਾਥੀ ਵਾਂਗੂ ਹੈਗਾ ਸੀ ਕੁੱਤਾ, ਦੀ ਸੋਚ ਵੱਖਰੀ ਸੀ। ਤਾਂ ਕਹਿਣ ਤੋਂ ਭਾਵ ਹੈ ਕਿ ਜੇ ਉਹ ਵੀ ਉਹਨਾਂ ਨੂੰ ਵੇਖ ਕੇ ਭੌਂਕੀ ਜਾਂਦਾ ਤੇ ਫਿਰ ਉਹਦੇ 'ਚ ਦੂਜਿਆਂ 'ਚ ਕੀ ਫਰਕ ਹੋਇਆ। ਅਗਲਾ ਬੋਲ ਰਿਹਾ ਹੈ, ਅਗਲਾ ਕੁਛ ਵੀ ਤੁਹਾਡੇ ਤੇ ਕੋਲੇ ਸੁੱਟ ਰਿਹਾ, ਪਰ ਜੇ ਅਸੀਂ ਉਹਦੇ ਲਈ ਵੇਖ ਕੇ ਅਸੀਂ ਵੀ ਕੋਲੇ ਸੁੱਟੀ ਜਾਵਾਂਗੇ ਤੇ ਇਹ ਤੇ ਫਿਰ ਫਾਈਟ ਖਤਮ ਹੀ ਨਹੀਂ ਹੋਣੀ। ਹੁਣ ਤੁਹਾਡੀ ਲੜਾਈ ਸ਼ੁਰੂ ਹੋ ਗਈ ਤੇ ਤੁਹਾਡੇ ਕੋਲ ਗੱਲਾਂ, ਮੇਰੇ ਹਿਸਾਬ ਨਾਲ ਜਿਹੜੀ ਹੁਣ ਗੱਲ ਹੋਈ ਉਹ ਤੇ ਮਾੜੀ ਜਿਹੀ ਗੱਲ ਆ। ਤੁਸੀਂ ਪੁਰਾਣੀਆਂ ਗੱਲਾਂ ਕੱਢ ਕੇ ਲੈ ਆਉਣੀਆਂ, 10, 15, 20 ਸਾਲ 30 ਸਾਲ ਪੁਰਾਣੀਆਂ, ਉਹੀ ਹੋਰ ਲੜਾਈ ਕਾਹਦੀ ਹੈ। ਬਿਲਕੁਲ। ਤੂੰ ਆਹ ਕੀਤਾ ਸੀ, ਅਸੀਂ ਤੇਰੇ ਪਿੰਡ ਗਏ ਹਾਂ, ਸਾਨੂੰ ਚਾਹ ਨਹੀਂ ਪੁੱਛੀ, ਠੰਡੀ ਚਾਹ ਪਿਆਤੀ, ਤੇ ਬੰਦਾ ਪੁੱਛੇ ਠੰਡੀ ਤੇ ਨਾ ਪੀ ਲੈ, ਤੈਨੂੰ ਕੋਈ ਜ਼ਰੂਰੀ ਸੀ ਤੂੰ ਪੀਣੀ। ਸਾਡੇ ਵੀ ਰਿਸ਼ਤੇਦਾਰ ਆਏ ਨਿੱਜਾ ਸਾਹਿਬ, ਤੇ ਉਹ ਮੇਰੇ ਨਾਲ ਦੀ ਕਹਿੰਦੀ ਚਲੋ ਰੋਟੀ ਬਣਾਉਂਦੇ ਆ। ਨਹੀਂ ਰੋਟੀ ਨਹੀਂ ਬਣਾਉਣੀ, ਰਹਿਣ ਦੋ। ਦੇਖ ਲੋ ਤੇ ਰਹਿ ਕੇ, ਤੇ ਉਹ ਫਿਰ ਕਹਿੰਦੀ ਕੀ ਹੈਗਾ ਖਾਣ ਨੂੰ, ਕਹਿੰਦੀ ਖਿਚੜੀ ਪਈ ਆ। ਉਹਨੇ ਖਿਚੜੀ ਖਵਾਤੀ ਤੇ ਪਿੰਡ ਜਾ ਕੇ ਗੁੱਡਾ ਬੰਨਤਾ ਜੀ ਸਾਨੂੰ ਖਿਚੜੀ ਖਵਾਤੀ। ਨਿੱਜਾ ਸਾਹਿਬ ਇਹ ਕੋਈ ਗੱਲ ਕਰਨ ਵਾਲੀ ਹੈ? ਬੰਦਾ ਪੁੱਛੇ ਤੂੰ ਕਹਿ ਵੀ ਮੈਨੂੰ ਭੁੱਖ ਲੱਗੀ, ਰੋਟੀ ਲਿਆਓ, 10 ਮਿੰਟ ਬਹਿ ਜਾ, ਹੁਣ ਰੋਟੀ ਬਣ ਗਈ, ਅੱਧਾ ਘੰਟਾ ਤਾਂ ਲੱਗਣਾ ਹੀ ਆ। ਕਹਿੰਦੀ ਜੋ ਬਣਿਆ ਉਹ ਫੜਾ ਦੋ, ਤੇ ਖਿਚੜੀ ਬਣੀ ਤੇ ਖਿਚੜੀ ਖਾ ਲਾ। ਉਹ ਖਾ ਕੇ ਤੇ ਪਿੰਡ ਜਾ ਕੇ ਰੌਲਾ ਵੀ ਪਾਇਆ। ਤਾਂ ਕਹਿਣ ਤੋਂ ਭਾਵ ਇੱਥੇ ਇਹੋ ਹੀ ਆ, ਖਿਚੜੀ ਦੀ ਗੱਲ ਯਾਦ ਰਹਿ ਜੂ ਤੁਹਾਨੂੰ। ਆਪਾਂ ਬਾਣੀ 'ਚ ਵੀ ਕਿਹਾ ਮੂਰਖ ਨਾ ਲੁੱਝੀਏ, ਮੂਰਖ ਦੇ ਨਾਲ ਨਾ ਲੁੱਝੋ, ਕਿਉਂਕਿ ਉਹ ਬੜਾ ਮੂਰਖ ਹੈ। ਤੁਸੀਂ ਉਹਨੂੰ ਸਮਝਾ ਨਹੀਂ ਸਕਦੇ, ਕਿਉਂਕਿ ਉਹਦੇ ਦਿਮਾਗ 'ਚ ਪੁਰਜਾ ਨਹੀਂ ਹੈਗਾ। ਏਦਾਂ ਨਹੀਂ, ਕਿਉਂਕਿ ਇਹ ਸੰਸਾਰ ਆ। ਬਾਣੀ ਦੇ ਵਿੱਚ ਇੱਕ ਹੋਰ ਤੋਹਫਾ ਆਉਂਦੀ ਆ, ਕਹਿੰਦੇ ਮੇਰੇ ਕਰਤੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਬਿਲਕੁਲ। ਕੋਈ ਨਹੀਂ ਹੈਗਾ। ਤੇ ਜਦੋਂ ਆਪਾਂ ਸੋਚਦੇ ਹਾਂ ਕਿ ਮੇਰੇ ਵਰਗੇ ਬਣ, ਉਹ ਕਿੱਥੋਂ ਬਣੂਗਾ? ਉਹਦੇ ਕਰਤੇ ਨੇ ਖੇਲ ਰਚਾਇਆ ਵਾ, ਉਹ ਨਹੀਂ ਕਿਸੇ ਵਰਗਾ ਬਣਾਉਂਦਾ। ਹੁਣ ਪੰਗਾ ਤੇ ਇਹ ਪੈ ਜਾਂਦਾ ਨਾ, ਕਿਉਂਕਿ ਮੇਰੇ ਅੰਦਰ ਇੱਕ ਪ੍ਰਿੰਸ ਚਾਰਮੀ ਆ ਜਾਂ ਕੁਈਨ ਹੈਗੀ ਆ, ਔਰ ਮੈਂ ਚਾਹੁੰਦਾ ਓਦਾਂ ਦੀ ਬਣੇ ਅਗਲਾ, ਜਾਂ ਬਣੇ ਜਾਂ ਬੰਦਾ ਬਣੇ ਜਾਂ ਬੁੱਢੀ ਬਣੇ। ਮੈਂ ਸੋਚਦਾ ਕਿ ਉਹ ਬਿਲਕੁਲ ਮੇਰੀ ਜਿੱਦਾਂ ਦੀ ਇੱਕ ਸੋਚ ਆ, ਓਦਾਂ ਦਾ ਇੱਕ ਰੋਬੋਟ ਵਾਂਗੂ। ਮੈਂ ਕਵਾਂ ਹੱਥ ਖੜਾ, ਮੈਂ ਕਵਾਂ ਹੱਥ ਰਾਈਟ, ਮੈਂ ਕਵਾਂ ਹੱਥ ਲੈਫਟ, ਮੈਂ ਕਵਾਂ ਖਲੋ ਜਾ, ਮੈਂ ਕਵਾਂ ਬਹਿ ਜਾ। ਏਦਾਂ ਦਾ ਬੰਦਾ ਤੇ ਮਿਲਣਾ ਨਹੀਂ। ਪਰ ਚਾਹੁੰਦੇ ਆਪਾਂ ਏਦਾਂ ਦੇ ਬੰਦੇ ਹੀ ਆ ਨਿੱਜਾ ਸਾਹਿਬ। ਹਾਂ, ਫਿਰ ਇਹ ਤੇ ਮਸ਼ੀਨ ਹੀ ਮਿਲ ਸਕਦੀ ਉੱਥੋਂ, ਬਜ਼ਾਰੋਂ ਲੈ ਆਓ। ਫਿਰ ਜਿਹੜਾ ਜਿੰਦਾ ਬੰਦਾ ਹੈ ਨਾ, ਉਹਦਾ ਸੁਭਾਅ ਆ, ਉਹਦਾ ਚਿੱਤ ਆ, ਉਹਦਾ ਮਨ ਆ,
ਉਹਨੇ ਉਹਦੇ ਉਸੇ ਤਰੀਕੇ ਨਾਲ ਚੱਲਣਾ ਹੈ। ਹਾਂ, ਜੇਕਰ ਤੁਸੀਂ ਬਦਲਣਾ ਚਾਹੁੰਦੇ ਜੋ ਉਹਨੂੰ, ਤੇ ਉਹਨੂੰ ਬਦਲਿਆ ਜਾ ਸਕਦਾ ਹੈ। ਇੱਕ ਤਰੀਕਾ ਹੈਗਾ, ਤੁਸੀਂ ਆਪਣੇ ਆਪ ਨੂੰ ਬਦਲ ਲਓ। ਬਸ ਤੇ ਜੇਕਰ ਆਪਾਂ ਆਪਣੇ ਆਪ ਨੂੰ ਨਹੀਂ ਬਦਲ ਸਕੇ, ਤੇ ਫਿਰ ਆਪਾਂ ਦੂਜਿਆਂ ਨੂੰ ਬਦਲਣ ਦੇ ਵੀ ਹੱਕਦਾਰ ਨਹੀਂ ਹੈਗੇ। ਬਾਣੀ ਜੀ ਕਿਹਾ, ਅਵਰ ਉਪਦੇਸ਼ੇ ਆਪ ਨਾ ਕਰੇ, ਆਵਤ ਜਾਵਤ ਜਨਮੈ ਮਾਰੇ। ਹਾਂ, ਉਹ ਫਿਰ ਕਹਿੰਦੇ ਆ ਕਿ ਨਾ ਤੇ ਗੜਬੜਿਆ, ਕਿਉਂਕਿ ਤੂੰ ਹੈਗਾ ਤੋਤਾ। ਤੂੰ ਰਾਮ ਵੀ ਕਹਿਣਾ, ਅੱਲਾ ਵੀ ਕਹਿਣਾ, ਵੈਗਰੂ ਵੀ ਕਹਿਣਾ, ਪਰ ਅਸਲ ਦੇ ਵਿੱਚ ਤੇਰੀ ਭਾਸ਼ਾ ਕੁਝ ਹੋ ਰਿਹਾ, ਉਹ ਹਜੇ ਨਹੀਂ ਤੈਨੂੰ ਪਤਾ। ਜਦੋਂ ਬਿੱਲੀ ਨੇ ਝਪਟਾ ਮਾਰਿਆ ਨਾ, ਤੇ ਤੂੰ ਚੀ ਚੀ ਕਰੇਗਾ, ਉਹ ਵਾ ਤੇਰੀ ਭਾਸ਼ਾ। ਪਰ ਹੁਣ ਤੂੰ ਬੋਲ ਸਿੱਖ ਲਿਆ, ਬੜਾ ਉੱਚੀ ਉੱਚੀ ਗੱਲਾਂ ਕਰਦਾ, ਵੱਡੀਆਂ ਵੱਡੀਆਂ ਗੱਲਾਂ ਕਰਦਾ, ਉੱਚੀ ਦੁਕਾਨ ਤੇ ਟਿੱਕਾ ਪਕਵਾਨ। ਪਰ ਸਮਾਂ ਆਊਗਾ ਤੇ ਚੀਜ਼ ਤੇਰੇ ਪ੍ਰਗਟ ਹੋਊਗੀ। ਜੋ ਸੱਚ ਹੈਗਾ ਉਹ ਪ੍ਰਗਟ ਤੇ ਉਹੀ ਹੋਣਾ। ਔਰ ਉਤੋਂ ਬਾਣੀ ਚ ਹੋਰ ਚੀਜ਼ ਦੱਸੀ ਆ ਕਿ ਜੇ ਤੈਨੂੰ ਸਰੀਰ ਮਿਲਿਆ, ਤੈਨੂੰ ਨੌਕਰੀ ਮਿਲੀ ਆ, ਤੈਨੂੰ ਪੈਸਾ ਢੇਲਾ ਵੀ ਮਿਲਿਆ, ਤੇ ਧਰੇਗੀ ਜੇ ਤੂੰ ਨਾਮ ਨਹੀਂ ਜਪਿਆ। ਕਿਉਂਕਿ ਲੋਕਾਂ ਕੋਲ ਨਹੀਂ ਹੈਗਾ ਇਹ ਕੁਝ, ਪਰ ਤੇਰੇ ਕੋਲ ਹੈਗਾ। ਪਰ ਤੂੰ ਫਿਰ ਵੀ ਸੋਚਿਆ ਨਹੀਂ, ਵਿਚਾਰ ਨਹੀਂ ਕੀਤੀ, ਤੇ ਉਹ ਪੈਸੇ ਪੂਸੇ ਗੁਰਦੁਆਰੇ ਮੰਦਿਰ ਚ ਜਿਹੜੇ ਚਲਾਉਂਦਾ ਫਿਰਦਾ ਨਾ, ਉਹਦੀ ਨਹੀਂ ਲੋੜ ਲੋਕਾਂ ਨੂੰ ਬਹੁਤ ਹੈ। ਕਿਉਂਕਿ ਜੇ ਤੂੰ ਆਪਣੀ ਮਿਹਨਤ ਕਰੇਗਾ, ਆਪਣਾ ਹੀ ਧਨ ਖੜੇਗਾ, ਤੇਰੇ ਕੋਲ ਜ਼ਿਆਦਾ ਦੇਣ ਜੋਗਾ ਇਕੱਠਾ ਵੀ ਨਹੀਂ ਹੋਣਾ। ਮੇਜਰ ਸਾਹਿਬ ਬਿਲਕੁਲ ਸਹੀ ਹੈ ਜੀ। ਤੇ ਜੇ ਲੋੜ ਤੋਂ ਜ਼ਿਆਦਾ ਇਕੱਠਾ ਹੋ ਰਿਹਾ ਵਾ, ਇਹਦਾ ਮਤਲਬ ਕਿਸੇ ਜਗ੍ਹਾ ਤੇ ਕੁੰਡੀ ਪੈ ਰਹੀ ਹੈ। ਜਿੱਥੇ ਵੀ ਪੈ ਰਹੀ ਹੈ, ਤੇ ਫਿਰ ਉਹ ਅਮੀਰ ਬੰਦੇ ਇਹੋ ਕਰਦੇ ਹੋ, ਮੁੜ ਕੇ ਦਾਨ ਕਰਦੇ ਹੋ। ਅੰਦਰੋਂ ਆਵਾਜ਼ਾਂ ਆਉਂਦੀਆਂ, ਉਹ ਚਾਹੁੰਦੇ ਕਿ ਹੁਣ ਅੰਦਰੋਂ ਗਰੀਬ ਹੋ ਗਿਆ ਨਾ ਬੰਦਾ, ਉਹ ਬਾਹਰੋਂ ਅਮੀਰ ਹੋ ਗਿਆ ਪਰ ਅੰਦਰੋਂ ਗਰੀਬ ਹੋ ਗਿਆ। ਜਿਹੜਾ ਅੰਦਰੋਂ ਗਰੀਬ ਹੋ ਗਿਆ, ਫਿਰ ਉਹਨੂੰ ਅੰਦਰੋਂ ਫਿਟਕਾਰਾਂ ਪੈਂਦੀਆਂ, ਉਹ ਫਿਰ ਦਾਨ ਤੋਂ ਕਰਦਾ ਫਿਰਦਾ। ਇਹੋ ਹੀ ਆ। ਜਿਹੜੇ ਗਰੀਬ ਮੁਲਕਾਂ ਚ ਵੇਖੋ ਕਿੰਨੇ ਲੋਕ ਦਾਨ ਕਰਦੇ ਨੇ, ਕਿਉਂਕਿ ਉਹ ਆਪਣੀ ਆਵਾਜ਼ ਨੂੰ ਸ਼ਾਂਤ ਕਰਨਾ ਚਾਹੁੰਦੇ ਨੇ, ਤੇ ਅੰਦਰੋਂ ਬਹੁਤ ਫਿਟਕਾਰਾਂ ਪੈਂਦੀਆਂ, ਉਹ ਫਿਰ ਬੰਦਾ ਇੱਧਰ ਉੱਧਰ ਹੱਥ ਪੱਲਾ ਮਾਰ ਕੇ ਆਪਣੀ ਜੀਵਨ ਨੂੰ ਬਚਾਉਂਦਾ। ਅੱਜ ਦੀ ਵਿਚਾਰੇ ਇੱਥੇ ਸਮਾਪਤ ਕਰਦੇ ਨੇ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਰ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਪਾਣੀ ਪੜਦੇ ਵਿਚਾਰ ਕਰਦੇ ਨੇ, ਇੱਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸੰਗਤ ਮਾਫ ਕਰੋ। ਅੱਗੇ ਤੋਂ ਸਪਸ਼ਟ ਪਾਣੀ ਪੜਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਆਪਣੇ ਦਰ ਤੇ ਹਾਜ਼ਰੀ ਪ੍ਰਵਾਨ ਕਰਨੀ। ਮੇਰੇ ਮਾਲਕ ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਨਾਮ ਧਨ ਬਖਸ਼ਣਾ। ਮਾਲਕ ਅਸੀਂ ਸਾਰੇ ਨਿਰਵਿਚਾਰ ਸਮਾਧੀ ਚ ਪ੍ਰਵਾਹੀ ਕਰਨਾ ਚਾਹੁੰਦੇ ਹਾਂ। ਮੇਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਹੁਣ ਸਾਧ ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ